ਕਤਲ ਹਥਿਆਰਾਂ ਨਾਲ ਹੋ ਰਹੇ ਨੇ ਹਾਂਜੀ ਤੇ ਸਾਨੂੰ ਸੈਲਫ ਪ੍ਰੋਟੈਕਸ਼ਨ ਲਈ ਕੈਨੇਡਾ 'ਚ ਕਿਉਂ ਨਹੀਂ ਕਿਹਾ ਜਾਂਦਾ ਵੀ ਅਸੀਂ ਹਥਿਆਰ ਵਰਤ ਸਕਦੇ ਹਾਂ? ਮੈਂ ਇਹ ਨਹੀਂ ਕਹਿੰਦਾ ਵੀ ਸਾਨੂੰ ਸੈਲਫ ਡਿਫੈਂਡ ਕਰਨਾ ਅਲਾਊਡ ਨਹੀਂ। ਉਹ ਹੱਕ ਹੈਗਾ, ਉਹ ਤਾਂ ਜੱਦੀ ਹੱਕ ਹੈ ਨਾ ਹਰੇਕ ਦਾ। ਹੁਣ ਕੋਈ ਵੀ ਬੰਦਾ ਆਇਆ ਜੀ, ਹਾਂ, ਇਹਦੇ 'ਚ ਕੀ ਕਹਿ ਰਹੇ ਨੇ, ਕਿਹੜੀਆਂ ਗੰਨਾਂ ਲੈਣੀਆਂ ਚਾਹੁੰਦੇ ਨੇ? ਉਹ ਬੜਾ ਰੌਲਾ ਪਾ ਰਹੇ ਹੈਗੇ ਆ ਕਿਉਂਕਿ ਉਹਨਾਂ ਨਾਲ ਜਿਹਨਾਂ ਪਾਸਿਆਂ 'ਚ ਉਹ ਰਹਿੰਦੇ ਉਹਨਾਂ ਨੂੰ ਉੱਥੇ ਗਨ ਉਹਨਾਂ ਦੇ ਲਈ ਇੱਕ ਫਾਇਰ ਆਰਮ ਨਹੀਂ ਹੈਗਾ, ਇੱਕ ਟੂਲ ਆ। ਉਹਨਾਂ ਨੇ ਆਪਣਾ ਟੱਬਰ ਵੀ ਪਾਲਣਾ, ਜਾਂ ਆਪਣੇ ਕੈਨੇਡਾ ਦਾ ਉਹ ਪਾਸਾ ਆ ਜਿੱਥੇ ਉਹ ਲੋਕ ਸਾਨੂੰ ਪ੍ਰੋਟੈਕਟ ਕਰਦੇ ਆ। ਉੱਥੇ ਆਰਮੀ ਨਹੀਂ ਹੈਗੀ। ਬਿਲਕੁਲ ਠੀਕ। ਉਹਨਾਂ ਨੂੰ ਗਨਜ਼ ਵੀ ਦਿੱਤੀਆਂ ਤੇ ਬਿਨਾਂ ਮੀਟ ਬਿਨਾਂ ਜਿਉ ਨਹੀਂ ਸਕਦੇ ਉਹ। ਹਾਂ, ਉਹ ਕਹਿੰਦਾ ਸੀਗਾ, ਉਹ ਕਹਿੰਦਾ ਇਸ ਕਰਕੇ ਨਹੀਂ ਬੜੇ, ਮੈਨੂੰ ਇਸ ਗੱਲ ਦਾ ਪਤਾ ਵੀ ਐਵਰੀ ਅਮਰੀਕਨ ਹੈਜ਼ ਅ ਗਨ ਐਂਡ ਦੇ ਨੋ ਹਾਊ ਟੂ ਯੂਜ਼ ਇਟ। ਸਾਨੂੰ ਨਹੀਂ ਉਹਨਾਂ ਨੇ ਛੱਡਣਾ ਜੇ ਵੜ ਗਏ। ਦੇਸ਼ ਦੀ ਰੱਖਿਆ ਅਮਰੀਕਨ ਆਪਣੇ ਦੇਸ਼ ਦੀ ਕਰਨਗੇ। ਆਰਮੀ ਨੂੰ ਤਾਂ ਹੀ ਜਿੱਤ ਲਿਆ ਆ। ਕੁਛ ਏਰੀਆ ਕੈਨੇਡਾ ਦਾ ਇਹੋ ਜਿਹਾ ਹੈ ਜਿੱਥੇ ਹੰਟਿੰਗ ਬਿਨਾਂ ਸਰਵਾਈਵ ਹੀ ਨਹੀਂ ਕਰ ਸਕਦੇ ਹੋ। ਲੇਟਲੀ ਤੁਸੀਂ ਅਲਾਸਕਾ ਤੱਕ ਜਾ ਕੇ ਆਏ ਹੋ, ਉਹਨਾਂ ਦੇ ਬਾਰੇ ਵੀ ਮਾੜਾ ਜਿਹਾ ਦੱਸੋ। ਕੈਨੇਡਾ ਦੇ ਵਿੱਚ ਹਥਿਆਰਾਂ ਨੂੰ ਅਸੀਂ ਆਤਮ ਸੁਰੱਖਿਆ ਲਈ ਨਹੀਂ ਰੱਖ ਸਕਦੇ। ਇੱਥੇ ਹੌਬੀ ਟਾਰਗੇਟ ਸ਼ੂਟਿੰਗ, ਸ਼ਿਕਾਰ ਦੇ ਲਈ। ਸ਼ਿਕਾਰ ਜਿਹੜਾ ਸਾਡਾ ਬਹੁਤ ਵੱਡਾ ਕੈਨੇਡਾ ਦਾ ਹਿੱਸਾ ਹੈ, ਜਿੱਥੇ ਫੁੱਟਾਂ 'ਚ ਬਰਫ਼ ਪੈਂਦੀ ਹੈ, ਜਿੱਥੇ ਕੁਝ ਹੁੰਦਾ ਨਹੀਂ, ਉਹ ਲੋਕ ਆਪਣੇ ਫਰੀਜ਼ਰ ਇਹ ਹੰਟ ਕਰ ਕਰਕੇ ਭਰਦੇ ਨੇ ਅਤੇ ਕੁਦਰਤ ਨੂੰ ਬਰਾਬਰਤਾ ਦੇ ਵਿੱਚ ਲਿਆਉਣ ਲਈ ਡਰਾ ਕੱਢੇ ਜਾਂਦੇ ਨੇ, ਹੰਟਿੰਗ ਕੀਤੀ ਜਾਂਦੀ ਹੈ। ਟਾਰਗੇਟ ਸ਼ੂਟਿੰਗ ਬਹੁਤ ਵਧੀਆ ਹਥਿਆਰ ਨੇ। ਸਰਕਾਰਾਂ ਦਾ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ। ਹੁਣ ਦੀ ਲਿਬਰਲ ਸਰਕਾਰ ਟਰੂਡੋ, ਜਸਟਿਨ ਟਰੂਡੋ ਦੇ ਥੱਲੇ ਉਹਨਾਂ ਦੇ ਪਿਤਾ ਜੀ ਵੀ ਉਹ ਇੱਕ ਹਥਿਆਰਾਂ ਤੋਂ ਫਰੀ ਕੈਨੇਡਾ ਵੇਖਣਾ ਚਾਹੁੰਦੇ ਨੇ। ਨਿਊਜ਼ੀਲੈਂਡ ਵੱਲ ਵਗੈਰਾ ਦੇਖਦੇ ਨੇ। ਸੋ ਇਸ ਦੇ ਬਾਰੇ ਅੱਜ ਰਾਜ ਰਾਏ ਜੀ, ਸਰ ਰਾਜਵੰਤ ਸਿੰਘ ਰਾਏ ਜਿਨ੍ਹਾਂ ਦਾ ਵੱਡਾ ਨਾਂ ਹੈ, ਅਤੇ ਸਾਡੇ ਭਾਈਚਾਰੇ ਦੇ ਉਹ ਪਹਿਲੇ ਜਿਹੜੇ ਹੰਟਰਸ ਨੇ, ਉਹਨਾਂ ਕੋਲ ਵੈਪਨ ਜਿਹੜੇ ਨੇ ਉਹਨਾਂ ਦੀ ਬਹੁਤ ਵੱਡੀ ਸਿਲੈਕਸ਼ਨ ਹੈ। ਲੱਖਾਂ ਹੀ ਡਾਲਰਾਂ ਦੇ ਵੈਪਨ ਨੇ। ਸ਼ੌਕ ਹੈ। ਧਰਮ ਵਾਲੇ ਪਾਸਿਓਂ ਉਹਨਾਂ ਦਾ ਇੱਕ ਬਹੁਤ ਵੱਡਾ ਮਤ ਹੈ। ਹਾਲਾਂਕਿ ਇੱਥੇ ਆਤਮ ਨਿਰਭਰਤਾ ਦੇ ਲਈ, ਆਪਣੇ ਰੱਖਿਆ ਦੇ ਲਈ ਹਥਿਆਰਾਂ ਦੀ ਗੱਲ ਨਹੀਂ ਕੀਤੀ ਜਾਂਦੀ, ਪਰ ਉਹਨਾਂ ਦਾ ਇੱਕ ਮਨ ਹੈ ਕਿ ਸਿੱਖ ਅਤੇ ਹਥਿਆਰ ਜਿਹੜੇ ਨੇ, ਭਗੌਤੀ ਹੈ ਜਿਹੜੀ ਨਾਲ ਨਾਲ ਚੱਲਦੀ ਹੈ, ਭਗੌਤੀ ਸਿਮਰਨ ਨੂੰ ਸਾਹਿਬ ਕਹਿੰਦੇ ਨੇ। ਅਤੇ ਅੱਜ ਉਹਨਾਂ ਨਾਲ ਮੈਂ ਅਸਲ ਪਿਛਲੇ 20 ਦਿਨਾਂ ਦੀ ਗੱਲ ਚੱਲ ਰਹੀ ਹੈ, ਉਹ ਹੰਟਿੰਗ 'ਤੇ ਗਏ ਹੋਏ ਸੀ, ਵਾਪਸ ਆਏ ਨੇ। ਅੱਜ ਉਹਨਾਂ ਨਾਲ ਗੱਲਬਾਤ, ਪਲੇਠਾ ਪ੍ਰੋਗਰਾਮ ਤਾਂ ਹੀ ਅੱਜ ਹੀ ਉਹਨਾਂ ਨੂੰ ਸੱਦਿਆ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਾਡੇ ਹੱਕ ਕੀ ਨੇ, ਜਿਹੜੇ ਹਥਿਆਰ ਲੈਣ ਲਈ ਸਰਕਾਰ ਕਹਿ ਰਹੀ ਹੈ, ਉਹਨਾਂ ਦਾ ਖਰਚਾ ਕੌਣ ਦਊਗਾ। ਇਹ ਮਿਲੀਅਨਸ ਕੀ ਬਿਲੀਅਨਸ ਆਫ ਡਾਲਰ ਟੈਕਸ ਪੇਅਰਸ ਦੇ ਕਿਉਂ ਖਰਚੇ ਜਾਣਗੇ। ਇਹਨਾਂ ਦਾ ਪਾਸਟ ਕੀ ਸੀ, ਲੌਂਗ ਗਨ ਰਜਿਸਟਰੀ ਤੋਂ ਲੈ ਕੇ ਹੁਣ ਤੱਕ ਤੋਰਾਂਗੇ। ਰਾਏ ਸਾਹਿਬ, ਸਵਾਗਤ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ, ਅਤੇ ਤੁਹਾਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਬਹੁਤ। ਬਈ ਜੀ, ਹਥਿਆਰ ਰੱਖਣ ਦੀ ਜੇ ਆਪਾਂ ਉਹਦੀ ਡੈਫੀਨੇਸ਼ਨ ਕੈਨੇਡਾ 'ਚ ਦੇਣੀ ਹੋਵੇ, ਅਮਰੀਕਾ ਦੀ ਤਾਂ ਮੈਂ ਦੱਸਤੀ, ਪਰ ਸਾਡੇ ਹਥਿਆਰ ਜੇ ਆਪਾਂ ਲੈਣਾ, ਉਹਨੂੰ ਕਿਸ ਤਰ੍ਹਾਂ ਦੱਸਣਾ ਪੈਂਦਾ, ਅਸੀਂ ਹਥਿਆਰ ਕਿਉਂ ਲੈਣਾ? ਤੁਸੀਂ ਗੱਲ ਕੀਤੀ ਅਮਰੀਕਾ ਦੀ, ਉਹਨਾਂ ਦੇ ਤਾਂ ਚਾਰਟਰ ਆਫ ਰਾਈਟਸ ਲਿਖਿਆ ਨਾ ਜੀ, ਬੇਅਰ ਆਰਮ, ਜਿਹੜੀ ਤੁਸੀਂ ਗੱਲ ਕਰ ਚੁੱਕੇ। ਕੈਨੇਡਾ ਦੇ ਵਿੱਚ ਚਾਰਟਰ ਆਫ ਰਾਈਟਸ ਨਹੀਂ ਹੈਗਾ, ਪਰ ਇੱਥੇ ਪ੍ਰਿਵਿਲੇਜ ਆ। ਇਹ ਕੋਈ ਵੱਖਰਾ ਨਹੀਂ ਹੈਗਾ। ਤੁਸੀਂ ਡਰਾਈਵਰ ਲਾਇਸੈਂਸ ਲੈਣਾ, ਉਹ ਪ੍ਰਿਵਿਲੇਜ ਆ ਵੀ ਅਸੀਂ ਪਾਸ ਕਰਕੇ ਤਾਂ ਡਰਾਈਵਰ ਲਾਇਸੈਂਸ ਰੱਖ ਕੇ ਤਾਂ ਆਪਾਂ ਕਾਰ ਜਾਂ ਟਰੱਕ ਜਾਂ ਕੋਈ ਵੀ ਗੱਡੀ ਚਲਾ ਸਕਦੇ ਹੈਗੇ। ਇਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਹੈਗਾ। ਕੈਨੇਡਾ ਦੇ ਵਿੱਚ ਉਹਦਾ ਇਹ ਜਿਹੜਾ ਲਾਅ ਆ ਉਹ ਇਹ ਹੈਗਾ ਵੀ ਸਪੋਰਟਿੰਗ ਪਰਪਜ਼ ਲਈ ਸਾਨੂੰ ਗਨਜ਼ ਮਿਲਣੀਆਂ। ਮੈਂ ਇਹ ਨਹੀਂ ਕਹਿੰਦਾ ਵੀ ਸਾਨੂੰ ਸੈਲਫ ਡਿਫੈਂਡ ਕਰਨਾ ਅਲਾਊਡ ਨਹੀਂ। ਉਹ ਹੱਕ ਹੈਗਾ, ਉਹ ਤਾਂ ਜੱਦੀ ਹੱਕ ਹੈ ਨਾ ਹਰੇਕ ਦਾ। ਹੁਣ ਕੋਈ ਵੀ ਬੰਦਾ ਆਇਆ ਜੀ, ਉਹ ਕਹੇ ਮੈਨੂੰ ਕੋਈ ਮਾਰਦਾ ਆ ਤਾਂ ਮੈਂ ਆਪਣੇ ਆਪ ਨੂੰ ਤਾਂ ਬਚਾ ਨਹੀਂ ਕਰਨਾ, ਉਹ ਤਾਂ ਹੋ ਨਹੀਂ ਸਕਦਾ। ਉਹ ਕਾਨੂੰਨ ਹੈਗਾ ਸਾਡੇ ਕੋਲ, ਕੈਨੇਡਾ 'ਚੋਂ ਹੈਗਾ। ਪਰ ਜਦੋਂ ਗੱਲ ਆ ਜਾਂਦੀ ਹਥਿਆਰਾਂ ਦੀ, ਤਾਂ ਇਹ ਇਹੋ ਕਿਹਾ ਜਾਂਦਾ ਵੀ ਸਪੋਰਟਿੰਗ ਪਰਪਜ਼। ਉਹਦੇ ਵਿੱਚ ਤੁਸੀਂ ਹੰਟਿੰਗ ਗਿਣ ਲਵੋ, ਟਾਰਗੇਟ ਸ਼ੂਟਿੰਗ ਕਰ ਲਓ। ਕੈਨੇਡਾ 'ਚ ਬੜੇ ਵਧੀਆ ਟਾਰਗੇਟ ਸ਼ੂਟਰ ਹੈਗੇ। ਕੰਪੀਟੀਸ਼ਨ ਓਲੰਪਿਕ ਦੇ ਵਿੱਚ ਗਿਣ ਲਓ, ਹੈਂਡ ਗਨ ਦੀ ਟਾਰਗੇਟ ਸ਼ੂਟਿੰਗ ਕਰ ਲਓ। ਉਹ ਸਾਰੇ ਆਪਣਾ ਨੂੰ ਅਲਾਊਡ ਹੈਗੇ ਆ। ਕੋਈ ਜ਼ਮਾਨਾ ਸੀਗਾ ਜਦੋਂ ਤੁਸੀਂ ਪੁਲਿਸ ਸਟੇਸ਼ਨ ਜਾਵੋ, ਮੈਨੂੰ ਆਪਣਾ ਪੁਰਾਣਾ ਇੱਕ ਲਾਇਸੈਂਸ ਲੱਭਾ ਸੀ, ਜਿਹਨੂੰ ਮੈਂ ਕਹਿੰਦਾ ਪੀਸ ਆਫ ਹਿਸਟਰੀ ਆ। ਅੱਛਾ ਜੀ। ਉੱਥੇ ਤੁਸੀਂ ਜਾ ਕੇ ਖੜੇ ਹੋ ਜਾਓ, ਉਹਨਾਂ ਨੂੰ ਕਹੋ ਮੈਨੂੰ ਗਨ ਲਾਇਸੈਂਸ ਚਾਹੀਦਾ, ਤਾਂ ਉਹ ਜਿਹੜਾ ਆਫਿਸਰ ਹੁੰਦਾ ਸੀ ਉਹ ਤੁਹਾਨੂੰ
ਉੱਥੇ ਮੜ ਜਾ ਚੈੱਕ ਕਰਕੇ $10 ਤੁਹਾਤੋਂ ਲੈਂਦੇ ਸੀ, ਉਹ ਤੁਹਾਨੂੰ ਗਨ ਲਾਇਸੈਂਸ ਦੇਣ ਦਿੰਦੇ ਸੀ। ਅਸੀਂ ਉਹਨਾਂ ਨੂੰ ਉਸ ਵੇਲੇ ਕਹਿੰਦੇ ਸੀ FAC, ਅੱਛਾ ਜੀ, ਫਾਇਰ ਆਰਮ ਐਕੁਜ਼ੀਸ਼ਨ ਸਰਟੀਫਿਕੇਟ। ਅੱਛਾ ਜੀ। ਇਹ ਫਿਰ ਬਾਅਦ 'ਚ ਇਹਨਾਂ ਨੇ ਬਦਲ ਦਿੱਤਾ ਸੀ ਤਾਂ ਕਿ ਲੋਕ ਸੇਫ ਰਹਿਣ, ਐਕਸੀਡੈਂਟ ਨਾ ਹੋਣ। ਉਹ ਤੋਂ ਬਾਅਦ ਦੇ ਵਿੱਚ ਇਹਨਾਂ ਨੇ 1991 ਦੇ ਵਿੱਚ ਉਹਨੂੰ ਬਦਲਿਆ ਸੀ। ਹੁਣ ਆਪਾਂ ਨੂੰ ਕਲਾਸ ਲਾ ਕੇ 2 ਦਿਨ ਦੀ, ਜਿਹੜੀਆਂ ਕਿ ਕਲਾਸਾਂ ਮੈਂ ਪੜ੍ਹਾਉਂਦਾ ਹੀ ਹੈਗਾ ਜੀ, ਉਹ ਕਲਾਸ ਲਾ ਕੇ ਆਪਾਂ ਨੂੰ ਗਨ ਲਾਇਸੈਂਸ ਮਿਲ ਜਾਂਦਾ ਹੈਗਾ। ਕਾਫੀ ਇਹ ਗੱਲਾਂ ਆ ਰਹੀਆਂ ਵੀ ਗਨ ਲਾਇਸੈਂਸ ਬੰਦ ਹੋ ਗਏ ਆ, ਕੋਈ ਚੇਂਜ ਨਹੀਂ, ਗਨ ਲਾਇਸੈਂਸ ਨਹੀਂ ਕੋਈ ਚੇਂਜ ਆਈ। ਗਨ ਲਾਇਸੈਂਸ ਹਾਲੇ ਵੀ ਉੱਦਾਂ ਹੀ ਆ ਅਤੇ ਹਾਲੇ ਵੀ ਉਸੇ ਤਰੀਕੇ ਨਾਲ ਮਿਲ ਰਿਹਾ। ਰਾਏ ਸਾਹਿਬ ਇਹ ਗੱਲ ਨਹੀਂ ਮੈਨੂੰ ਸਮਝ ਆਉਂਦੀ, ਕਤਲ ਹਥਿਆਰਾਂ ਨਾਲ ਹੋ ਰਹੇ ਨੇ, ਹਾਂਜੀ, ਤੇ ਸਾਨੂੰ ਸੈਲਫ ਪ੍ਰੋਟੈਕਸ਼ਨ ਲਈ ਕੈਨੇਡਾ 'ਚ ਕਿਉਂ ਨਹੀਂ ਕਿਹਾ ਜਾਂਦਾ ਵੀ ਅਸੀਂ ਹਥਿਆਰ ਵਰਤ ਸਕਦੇ ਹਾਂ? ਇਹ ਵਰਤ ਸਕਦੇ ਹਾਂ ਜੇ ਮੇਰੇ ਕੋਲ ਘਰੇ ਪਿਆ, ਪਰ ਸਰਕਾਰ ਨਹੀਂ ਕਹਿੰਦੀ। ਸਰਕਾਰ ਨਹੀਂ ਕਹਿੰਦੀ, ਵਰਤ ਹੋਈ ਵੀ ਆ, ਹਾਂ, ਪਰ ਸਰਕਾਰ ਨਹੀਂ ਕਹਿੰਦੀ ਹੈਗੀ। ਹਰੇਕ ਸਰਕਾਰ ਦੇ ਨਾ ਆਪਣੇ ਆਪਣੇ ਤਰੀਕੇ ਹੁੰਦੇ ਆ, ਤਾਂ ਜਿਹੜੇ ਤਰੀਕੇ ਹੈਗੇ ਆ ਸੇਫਟੀ ਦੇ ਤਾਂ ਮੈਂ ਬਿਲਕੁਲ ਹੱਕ 'ਚ ਆ, ਕਾਨੂੰਨਾਂ ਦੀ ਸਖਤੀ ਦੇ ਵਿੱਚ ਮੈਂ ਹੱਕ 'ਚ ਆ। ਕੁਛ ਇੱਕ ਜਿਹੜੇ ਇਹਨਾਂ ਨੇ ਵੈਪਨ ਬੰਦ ਕੀਤੇ ਸੀਗੇ, ਮੈਂ ਕਹਿੰਦਾ ਸੀ ਚਲੋ ਪਹਿਲਾਂ ਨਹੀਂ ਸੀ ਦੇਣੇ, AK-47 ਕਹਿ ਲਓ, ਕੀ ਕਰਨੀਆਂ ਆ ਉਹ ਹੱਕ ਆ। ਪਰ ਇਹ ਗੱਲ ਜ਼ਿਆਦਾ ਕਰਨ ਲੱਗ ਪੈਂਦੇ ਹੈਗੇ ਆ ਵੋਟਾਂ ਲੈਣ ਲਈ, ਵੀ ਕਿਹੜੇ ਪਾਸੋਂ ਵੋਟ ਆਉਂਦੀ ਆ। ਜਾਂ ਲਿਬਰਲ ਨੇ ਤਾਂ ਬਿਲਕੁਲ ਹੀ ਜ਼ੋਰ ਲਾਇਆ ਪਿਆ ਬਈ ਅਸੀਂ ਉਹ ਕੰਮ ਕਰਨਾ, ਜਿਹਦੇ ਵਿੱਚ ਮੈਂ ਕਹਿੰਦਾ ਇਕੱਲਾ ਵੋਟਾਂ ਦੀ ਗੱਲ ਨਹੀਂ, ਚਲੋ ਵੋਟਾਂ ਪੋਲੀਟੀਕਲ ਪਾਰਟੀਆਂ ਨੇ ਲੈਣੀਆਂ ਹੀ ਆ, ਕੋਈ ਗੱਲ ਨਹੀਂ, ਆਪਾਂ ਹਰ ਇੱਕ ਹੱਕ ਨਾਲ ਸਹਿਮਤ ਆ। ਪਰ ਤੁਸੀਂ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਦੇ ਰਹੇ ਆ, ਪਬਲਿਕ ਨੂੰ। ਹੁਣ ਇਸ ਵੇਲੇ ਜਿਹੜੀ ਗਵਰਨਮੈਂਟ ਹੈਗੀ ਆ ਉਹ ਗਲਤ ਇਨਫੋਰਮੇਸ਼ਨ ਦੇ ਕੇ ਉਹਨਾਂ ਕੋਲ ਚੀਜ਼ਾਂ ਖੋ ਰਹੀ ਹੈਗੀ ਆ। ਸਾਡੇ ਕੋਲ ਚਾਰਟਰ ਆਫ ਰਾਈਟਸ ਦੇ ਵਿੱਚ ਤਾਂ ਹੈ ਨਹੀਂ। ਹੁਣੇ ਤੁਸੀਂ ਗੱਲ ਬੜੀ ਸੋਹਣੀ ਮੈਂਸ਼ਨ ਕੀਤੀ ਸੀਗੀ, ਤਾਂ ਮੈਂ ਵੀ ਉਹ ਸੋਚ ਕੇ ਆਇਆ ਸੀ ਘਰੋਂ, ਬਿੱਲ ਆਫ ਰਾਈਟਸ। ਇਹ ਬਿੱਲ ਆਫ ਰਾਈਟ ਦੀ ਇਸ ਵੇਲੇ ਲਿਬਰਲ ਗਵਰਨਮੈਂਟ ਵਾਇਲੇਸ਼ਨ ਕਰ ਰਹੀ ਆ, ਹੈ ਨਾ। ਹੁਣ ਮੈਨੂੰ ਇਹ ਕਹਿ ਦਿੱਤਾ ਗਿਆ ਵੀ ਤੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇੱਕ ਟਾਈਪ ਦੀ ਗਨ ਲੈ ਸਕਦਾ, ਮੈਂ ਕਾਨੂੰਨ ਦੇ ਦਾਇਰੇ 'ਚ ਲੈ ਕੇ ਲੈ ਲਈ, ਹੈ ਨਾ। ਉਹ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਹੁਣ ਤੇ ਤੂੰ ਖੋਹ ਲੈਣੀ ਆ, ਹੁਣ ਉਹੀ ਕਾਨੂੰਨ ਰਾਹੀਂ ਤੇ ਤੋਂ ਖੋਹਣੀ ਆ। ਹਾਂ, ਅੱਛਾ, ਜੇ ਤੁਸੀਂ ਉਹਨਾਂ ਨੂੰ ਨਹੀਂ ਦਿੰਦੇ ਮੋੜ ਕੇ ਤਾਂ ਤੁਹਾਨੂੰ ਉਸੇ ਵੇਲੇ ਤੁਹਾਡੇ ਤੇ ਠੱਪਾ ਲੱਗ ਜਾਣਾ ਵੀ ਤੁਸੀਂ ਕ੍ਰਿਮੀਨਲ ਆ। ਜੇ ਤੁਸੀਂ ਦਿੰਦੇ ਆ ਤਾਂ ਉਹ ਤੁਹਾਡੀ ਪ੍ਰੋਪਰਟੀ ਆ, ਤੁਹਾਡਾ ਬਿੱਲ ਆਫ ਰਾਈਟ ਦੇ ਹਿਸਾਬ ਨਾਲ ਤੁਹਾਨੂੰ। ਇਸੇ ਕਰਕੇ ਇਹਦੀਆਂ ਲਿਟੀਗੇਸ਼ਨਸ ਬਹੁਤ ਚੱਲ ਰਹੀਆਂ, ਔਰ ਮੈਨੂੰ ਜਿਹਨੂੰ ਕਹਿੰਦੇ ਐਂਡ ਆਫ ਦਾ ਟਨਲ ਥੋੜ੍ਹੀ ਹੁਣ ਲਾਈਟ ਦਿਸ ਰਹੀ ਵੀ ਸ਼ਾਇਦ ਜਿਹੜਾ ਬਿੱਲ C-21 ਹੁਣ ਪਾਸ ਨਾ ਹੋਵੇ। ਇਹ ਲਿਬਰਲ ਦੀ ਗਲ ਦੀ ਹੱਡੀ ਬਣ ਗਿਆ ਹੁਣ, ਜਿਨ੍ਹਾਂ ਨੂੰ ਕਿ ਇਹਨਾਂ ਨੇ ਬਣਾਇਆ ਸੀਗਾ ਵੋਟ ਬੈਂਕ। ਰਾਏ ਸਾਹਿਬ ਪਹਿਲਾਂ ਵੀ ਇਹ ਗੱਲ ਚੱਲੀ ਹੈ, ਜਿਹੜੀ ਲੌਂਗ ਰਨ ਗਨ ਰਜਿਸਟਰੀ ਸੀ ਉਹ ਕੀ ਸੀ ਜੀ? ਉਹ ਹਾਰਪਰ ਸਰਕਾਰ ਵੇਲੇ ਸ਼ੁਰੂ ਹੋਈ? ਨਹੀਂ, ਉਹ ਵੀ ਲਿਬਰਲ ਵੇਲੇ ਸੀ? ਹਮੇਸ਼ਾ ਲਿਬਰਲ ਨਹੀਂ ਕੀਤਾ ਜੀ। ਜਿਹੜਾ ਹੁਣ ਵੀ C-21 ਹੈ, ਪਿਛਲੇ 40 ਸਾਲਾਂ 'ਚ ਇੰਨੇ ਸਖਤ ਕਾਨੂੰਨ ਨਹੀਂ ਬਣੇ ਜਿਨ੍ਹਾਂ ਦੇ ਨਾਲ ਤਬਦੀਲੀ ਕੋਈ ਨਹੀਂ ਆਈ। ਸਾਡੀ ਸੇਫਟੀ ਕੋਈ ਨਹੀਂ ਵਧੀ। ਮੈਂ ਵੀ ਸੇਫ ਰਹਿਣਾ ਚਾਹੁੰਦਾ ਸੋਸਾਇਟੀ 'ਚ, ਮੇਰਾ ਦੇਸ਼ ਹੈ, ਬੜਾ ਸੋਹਣਾ ਦੇਸ਼ ਆ, ਮੇਰੇ ਬੱਚੇ ਵੀ, ਤੁਸੀਂ ਵੀ, ਸਾਰੇ ਆਪਾਂ ਰਹਿਣਾ ਚਾਹੁੰਦੇ। ਬਿਲਕੁਲ ਠੀਕ ਹੈ, ਪਰ ਚੀਜ਼ਾਂ ਖੋ ਕੇ ਥੋੜ੍ਹਾ ਸੇਫ ਰਿਹਾ ਜਾਂਦਾ। ਬਿਲਕੁਲ ਠੀਕ ਹੈ ਨਾ। ਹੁਣ ਜੇ ਕੋਈ ਕਹਿੰਦਾ ਹੈ ਵੀ ਕੋਈ ਜਿਹੜਾ ਬੰਦਾ ਗਲਤੀ ਕਰਦਾ ਆ, ਉਹ ਡਰਾਈਵਿੰਗ ਕਰਦਾ ਆ ਪੀ ਕੇ, ਉਹ ਐਕਸੀਡੈਂਟ ਕਰ ਦਿੰਦਾ, ਕਿਸੇ ਦਾ ਬਹੁਤ ਨੁਕਸਾਨ ਹੋ ਜਾਂਦਾ ਜਾਨੀ ਮਾਲੀ, ਨਾ ਤਾਂ ਆਪਾਂ ਕਾਰਾਂ ਚੱਲਣੀਆਂ ਸੜਕ ਤੋਂ ਬੰਦ ਕਰਨੀਆਂ, ਬਿਲਕੁਲ ਠੀਕ ਹੈ, ਨਾ ਹੀ ਆਪਾਂ ਡਰਾਈਵਰਾਂ ਨੂੰ ਲਾਇਸੈਂਸ ਦੇਣੇ ਬੰਦ ਕਰਨੇ ਹੈ ਨਾ। ਇਹ ਦੇਖਣਾ ਪੈਣਾ ਵੀ ਐਜੂਕੇਸ਼ਨ ਕਿਹੜੀ ਦਿੱਤੀ ਜਾਵੇ। ਸੋ ਜਿਹੜਾ ਇਹ ਹੈਗਾ ਆ, ਇਹ ਲਿਬਰਲ ਗਵਰਨਮੈਂਟ ਨੇ ਇੱਕ ਵਾਰੀ 1995 ਦੇ ਵਿੱਚ ਜੀ ਸਾਰੀਆਂ ਗਨ ਨੂੰ ਰਜਿਸਟਰਡ ਕਰ ਦਿੱਤਾ, ਜਿਹੜੀਆਂ ਲੌਂਗ ਗਨਸ ਵੀ ਹੈ ਨਾ, ਕਹਿੰਦੇ ਰਜਿਸਟਰੀ ਕਰਾਓ, ਜਿਹੜੀ ਕਿ ਹੁਣ ਹੈ ਨਹੀਂ। ਅੱਛਾ, ਕਹਿੰਦੇ ਸੀਗੇ ਵੀ ਇਹ ਤਾਂ ਸਿਰਫ $2 ਮਿਲੀਅਨ ਖਰਚਾ ਆਉਣਾ ਪਰ ਈਅਰ, ਵੀ ਇਹਦੀ ਸੇਫਟੀ ਬੜੀ ਵਧੂਗੀ। ਔਰ ਤੁਸੀਂ ਹੈਰਾਨ ਹੋ ਕਿ ਮੈਂ ਉਹਨਾਂ ਦੇ ਅੰਕੜੇ ਦੱਸ ਰਿਹਾ ਤੁਹਾਨੂੰ, ਉਹ 'ਤੇ ਖਰਚਾ ਆਇਆ ਸੀਗਾ $2 ਬਿਲੀਅਨ ਪਰ ਈਅਰ। ਔਰ ਜਿਹੜਾ ਉਹ 'ਚ ਫਰਕ ਪਿਆ ਸੀਗਾ ਰਜਿਸਟਰਡ ਜਾਂ ਨਾ ਰਜਿਸਟਰਡ ਕੌਣ ਜੇ, ਉਹ 0% ਸੀਗਾ। ਹਾਂ, ਗਨ ਘਰੇ ਪਈ ਆ, ਅਗਲੇ ਦੇ ਕਾਨੂੰਨ ਮੁਤਾਬਕ ਹੈ। ਹਾਂਜੀ, ਕਿਉਂਕਿ ਅਸੀਂ ਲੋਕ ਜਿਹੜੇ ਆ, ਤੁਸੀਂ ਆ, ਆਪਾਂ ਸਾਰੇ ਹਥਿਆਰ ਰੱਖਦੇ ਆ, ਚਾਹੇ ਉਹਨੂੰ ਧਾਰਮਿਕ ਤੌਰ 'ਤੇ ਕਰੋ, ਮੈਂ ਤਾਂ ਧਾਰਮਿਕ ਤੌਰ 'ਤੇ ਵੀ ਬਹੁਤ ਕਹਿੰਦਾ, ਜਾਂ ਤੁਸੀਂ ਸਪੋਰਟਿੰਗ ਪਰਪਜ਼ ਦੇ ਤੌਰ 'ਤੇ ਕਹੋ, ਮੈਂ ਵੀ ਉਹ ਕਰਦਾ ਆ, ਚਿਰ ਤੋਂ ਕਰ ਰਿਹਾ। ਮੈਂ 1981 ਦਾ ਮੇਰੇ ਕੋਲ ਗਨ ਲਾਇਸੈਂਸ ਆ, ਔਰ ਮੈਂ ਕਹਿੰਦਾ ਹੁੰਦਾ ਜਿਸ ਬੰਦੇ ਕੋਲ ਗਨ ਲਾਇਸੈਂਸ ਆ, ਮੈਂ ਕਲਾਸ ਵੀ ਪੜ੍ਹਾਉਣਾ, ਇਹ ਕਹਿੰਦਾ ਹੁੰਦਾ ਵੀ ਗਨ ਲਾਇਸੈਂਸ ਸਿਰਫ ਸ਼ਰੀਫ ਇਨਸਾਨ ਕੋਲ ਹੁੰਦਾ। ਬਿਲਕੁਲ ਠੀਕ, ਸਿਰਫ ਸ਼ਰੀਫ ਇਨਸਾਨ ਕੋਲ ਖੜਾ ਹੁੰਦਾ ਗਨ ਲਾਇਸੈਂਸ, ਕਿਉਂਕਿ ਤੁਹਾਡੀ ਚੈਕਿੰਗ ਹੋਣੀ ਆ, ਹੁਣ ਵੀ ਚੈਕਿੰਗ ਹੁੰਦੀ ਰਹਿੰਦੀ ਹੈਗੀ ਆ। ਅਸੀਂ ਤਾਂ ਬਹੁਤ ਸੇਫਟੀ ਪ੍ਰਮੋਟ ਕਰਦੇ ਹਾਂ। ਸੋ ਇਹਨਾਂ ਨੇ $2 ਬਿਲੀਅਨ ਖਰਚਿਆ ਜੀ। ਉਹ ਜਿਹੜੇ ਲੋਕਾਂ ਨੇ ਕੁਛ ਅੰਕੜੇ ਕੱਢੇ, ਹੁਣ ਮੈਨੂੰ ਅੰਕੜੇ ਉਹ ਪੂਰੇ ਯਾਦ ਨਹੀਂ, ਠੀਕ ਹੈ, ਉਹ ਇਹ ਇਹਨਾਂ ਨੇ ਕਿਹਾ ਵੀ ਜੇ $2 ਬਿਲੀਅਨ ਖਰਚ ਕੇ ਤੁਸੀਂ 1500 ਪੁਲਿਸ ਆਫਿਸਰ ਹਾਇਰ ਕਰਦੇ ਤਾਂ ਉਹ 10 ਸਾਲ ਦੇ ਲਈ ਉਹ ਸੜਕ ਦੇ ਉੱਤੇ ਰਹਿਣੇ ਸੀਗੇ, ਤੇ ਕ੍ਰਾਈਮ ਘਟਣਾ ਸੀ। ਕ੍ਰਾਈਮ ਕਿੰਨਾ ਘਟਣਾ ਸੀਗਾ? ਇਹਨਾਂ ਗੰਨਾਂ ਨਾਲ ਕੋਈ ਕ੍ਰਾਈਮ ਨਹੀਂ, ਕੋਈ ਕ੍ਰਾਈਮ ਨਹੀਂ ਜੀ ਹੈਗਾ, ਹੈ ਨਾ। ਤਾਂ ਕਿੰਨੇ ਜਿਹੜੇ ਬੰਦੇ ਹੈਗੇ ਆ, ਅਤੇ ਕਿੰਨੇ ਤੁਸੀਂ ਪੈਸੇ ਖਰਾਬ ਕੀਤੇ। ਫਿਰ ਉਦੋਂ ਵਿੱਚ ਬਾਅਦ ਦੇ ਵਿੱਚ
ਮੇਰੇ ਖਿਆਲ ਹੈ 2011 ਦੀ ਗੱਲ ਹੈਗੀ ਆ, ਜਦੋਂ ਫਿਰ ਕੰਸਰਵੇਟਿਵ ਗਵਰਨਮੈਂਟ ਆਈ ਹੈਗੀ ਹਾਰਪਰ ਆ, ਆਏ। ਹਾਰਪਰ ਨੇ, ਉਹਨਾਂ ਨੇ ਇਹ ਕੀਤਾ ਸੀਗਾ, ਉਹਨਾਂ ਨੇ ਬਣਾਇਆ ਸੀਗਾ ਇੱਕ ਲਾਅ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਨੂੰ ਕੈਂਸਲ ਕਰੋ। ਫਿਰ ਕੈਂਸਲ ਕੀਤਾ ਗਿਆ। ਫਿਰ ਗਵਰਨਮੈਂਟ ਨੂੰ ਇਹ ਕਿਹਾ ਜਿਹੜਾ ਤੁਹਾਡੇ ਕੋਲ ਰੈਕਡ ਹੈ ਇਹਨੂੰ ਡਿਸਟਰੋਏ ਕਰੋ, ਜਿੰਨੇ ਵੀ ਬੰਦਿਆਂ ਕੋਲ ਉਹ ਰੈਕਡ ਡਿਸਟਰੋਏ ਕੀਤੇ ਗਏ। ਇਹ ਖਰਚੇ ਬਹੁਤ ਜ਼ਿਆਦਾ ਆਏ, ਫਾਇਦਾ ਕੋਈ ਨਹੀਂ। ਹੁਣ ਵੀ ਉਹੀ ਚਾਲ ਦੇ ਉੱਤੇ ਚੱਲ ਰਹੇ ਹੈਗੇ ਆ। ਵੱਡੀ ਗੱਲ ਇਹ ਹੈਗੀ ਆ ਸੇਫਟੀ ਦਾ, ਆਪਾਂ ਸਾਰੇ ਹੱਕ 'ਚ ਹਾਂ। ਵੱਡੀ ਗੱਲ ਹੈਗੀ ਆ ਤੁਸੀਂ ਆਪਣੀ ਪਬਲਿਕ ਨੂੰ ਸਿਰਫ ਵੋਟ ਲੈਣ ਦੇ ਲਈ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਦੇ ਰਹੇ ਆ ਔਰ ਪੈਸਾ ਬਹੁਤ ਬਰਬਾਦ ਕਰ ਰਹੇ ਆ ਔਰ ਫਾਇਦਾ ਹੋ ਨਹੀਂ ਰਿਹਾ। ਜਿਹੜੀ ਇਲੀਗਲ ਹੈਂਡਗਨਸ ਆ ਉਹਦੀ ਸਮਗਲਿੰਗ 50% ਤੋਂ ਵੀ ਵੱਧ ਗਈ ਆ। ਉਹਦੇ ਨਾਲ ਹੀ ਕਤਲ ਹੁੰਦੇ ਨੇ, ਉਹਦੇ ਨਾਲ ਹੀ ਕਤਲ ਸਾਰੇ ਪੁਲਿਸ ਵਾਲੇ ਕਹਿ ਰਹੇ ਨੇ। ਹਾਂ, ਪੁਲਿਸ ਕਹਿ ਰਹੀ ਆ, ਹੈ ਨਾ। ਪਰ ਆਪਾਂ ਕਿਉਂਕਿ ਕੈਨੇਡਾ ਲੋਕ ਬਹੁਤ ਅੱਛੇ ਲੋਕ ਆ, ਬੜੇ ਪੀਸ ਲਵਿੰਗ ਲੋਕ ਆ, ਉਹਨਾਂ ਨੂੰ ਜੇ ਰੌਲਾ ਪੈ ਦਈਏ ਨਾ ਬੰਦੂਕ ਹੋਏ ਉਹ ਕਹਿੰਦੇ ਇਹਨੂੰ ਬੰਦ ਕਰ ਦਿਓ। ਬਿਲਕੁਲ। ਹੁਣ ਤੁਸੀਂ ਮੇਰੇ ਵਾਲੀ ਗਨ ਖੋਲੋ ਜਾਂ ਨਾ ਖੋਲੋ। ਮੈਂ ਇੱਕ ਦਿਨ ਪੁਲਿਸ ਆਫਿਸਰ ਦੇ ਮੂਹਰੇ ਖੜਾ ਹੋ ਕੇ ਉਹਨੂੰ ਇੱਕ ID ਦੇਣੀ ਸੀ, ਮੈਂ ਪੁਲਿਸ ਸਟੇਸ਼ਨ ਗਿਆ ਸੀ ਕੁਛ ਕੰਮ ਕਰਨ, ਤਾਂ ਉਹਨੂੰ ਮੈਂ ਆਪਣਾ ਗਨ ਲਾਇਸੈਂਸ ਦਿਖਾ ਦਿੱਤਾ। ਉਹ ਮੈਨੂੰ ਕਹਿੰਦਾ ਵੀ ਤੇ ਕੋਈ ਹੋਰ ਲਾਇਸੈਂਸ ਹੈਗਾ? ਮੈਂ ਕਿਹਾ ਇਹਦੇ ਨਾਲੋਂ ਤਾਂ ਵਧੀਆ ID ਕੋਈ ਹੁੰਦੀ ਹੀ ਨਹੀਂ। ਯੈਸ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੇਰੇ ਸਾਹਮਣੇ ਇੱਕ ਸ਼ਰੀਫ ਇਨਸਾਨ ਖੜਾ, ਅਸੀਂ ਵੀ ਇਹੀ ਦਿਖਾਉਣੇ ਆ। ਹਾਂ, ਮੈਂ ਕਿਹਾ ਮੈਂ ਜੇ ਤੈਨੂੰ ਗਨ ਲਾਇਸੈਂਸ ਦਿਖਾ ਲਿਆ, ਹੁਣ ਤੈਨੂੰ ਪਤਾ ਆ ਤੂੰ ਇੱਕ ਸ਼ਰੀਫ ਇਨਸਾਨ ਨਾਲ ਗੱਲ ਕਰ ਰਿਹਾ। ਕਹਿੰਦਾ ਮੈਨੂੰ ਮੋਰੇ ਕਹਿੰਦਾ ਮਿਸਟਰ ਰਾਏ ਦੈਟਸ ਕਹਿੰਦਾ ਰਾਈਟ ਵੇ ਟੂ ਪੁੱਟ ਇਟ। ਯਾ ਕਹਿੰਦਾ ਆਈ ਨੈਵਰ ਥੌਟ ਆਫ ਦੈਟ। ਡਰਾਈਵਿੰਗ ਲਾਇਸੈਂਸ ਤਾਂ ਹਰ ਇੱਕ ਕੋਲ ਹੋ ਸਕਦਾ, ਕ੍ਰਿਮੀਨਲ ਵੀ ਲਈ ਫਿਰਦਾ। ਫਿਰ ਮੈਨੂੰ ਹੋਰ ਇੱਕ ਗੱਲ ਕਹਿ ਦਿੱਤੀ, ਮੈਂ ਕਿਹਾ ਮੈਂ ਤੈਨੂੰ ਹੋਰ ਕਹਿ ਦਿੰਦਾ, ਪਿਛਲੇ 41 ਸਾਲਾਂ ਤੋਂ ਮੇਰੇ ਕੋਲ ਗਨ ਲਾਇਸੈਂਸ ਹੈ ਵੈਲਿਡ। ਯੈਸ। ਔਰ 41 ਸਾਲਾਂ ਤੋਂ ਮਤਲਬ ਮੈਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ। ਨਹੀਂ ਮਿਲਦਾ ਦੂਜੀ ਵਾਰ ਰੀਨਿਊ ਕਰਾਉਣ ਵੇਲੇ। ਹਾਂ, ਜੇ ਗਲਤ ਕੀਤਾ ਕੋਈ। ਮੈਨੂੰ ਕਹਿੰਦਾ ਯੂ ਆਰ ਅ ਗੁੱਡ ਸਪੀਕਰ। ਅੱਛਾ, ਇਹ ਲਾਅ ਦੇ ਵਿੱਚ ਹੁਣ ਨਵਾਂ ਕੀ ਰਾਏ ਸਾਹਿਬ ਕਹਿ ਰਹੇ ਨੇ ਸੀ ਜਿਹੜਾ ਪਾਸ ਹੋਣਾ? ਹਾਂਜੀ ਹਾਂ, ਇਹਦੇ 'ਚ ਕੀ ਕਹਿ ਰਹੇ ਨੇ, ਕਿਹੜੀਆਂ ਗੰਨਾਂ ਲੈਣੀਆਂ ਚਾਹੁੰਦੇ ਨੇ? ਇਹ ਗੰਨਾਂ ਜੀ ਤਕਰੀਬਨ ਇੱਕ ਤਾਂ ਆਪਾਂ ਬਿੱਲ ਆਫ ਰਾਈਟ ਦੀ ਗੱਲ ਕੀਤੀ, ਬਿਲਕੁਲ ਹੀ ਜਿਹਨੂੰ ਕਹਿੰਦੇ ਆ ਨਾ ਘਾਣ ਕੀਤਾ ਜਾ ਰਿਹਾ ਕਾਨੂੰਨੀ ਹੱਕਾਂ ਦਾ ਤਾਂ ਤੁਹਾਡੇ ਜਾਤੀ ਹੱਕਾਂ ਦਾ। ਇਹ ਕਹਿ ਰਹੇ ਹੈਗੇ ਆ ਵੀ RCMP ਨੂੰ ਡਿਸਕ੍ਰੈਸ਼ਨ ਦੇ ਦਿਓ। RCMP ਤੁਸੀਂ ਦੇਖੋ, RCMP ਲਾਅ ਮੇਕਰ ਨਹੀਂ ਹੈਗੇ। ਉਹਨਾਂ ਨੇ ਲਾਅ ਨੂੰ ਅਪਹੋਲਡ ਕਰਨਾ ਤੇ ਇਨਫੋਰਸ ਕਰਨਾ। ਉਹਨੂੰ ਕਹਿੰਦੇ ਤੁਸੀਂ ਆਪਣੀ ਡਿਸਕ੍ਰੈਸ਼ਨ ਦੇ ਉੱਤੇ ਗਨ ਜਿਹੜੀਆਂ ਨਾ ਉਹ ਤੁਸੀਂ ਕਲਾਸੀਫਾਈ ਕਰ ਸਕਦੇ ਆ। ਅਸਾਲਟ ਲੁਕਿੰਗ ਲਾਈਕ, ਕੋਈ ਵੀ ਗਨ ਜਿਹੜੀ ਅਸਾਲਟ ਗਨ ਵਰਗੀ ਲੱਗਦੀ ਆ। ਹੁਣ ਜੇ ਪੁੱਛੀਏ ਅਸਾਲਟ ਗਨ ਦਾ ਮਤਲਬ ਕੀ ਹੁੰਦਾ, ਸਾਨੂੰ ਕੋਈ ਦੱਸਦਾ ਨਹੀਂ, ਅਸੀਂ ਆਪ ਚਾਹੇ ਪੜ੍ਹ ਲਈਏ, ਹੈ ਨਾ। ਉਹ ਉਹਨਾਂ ਨੂੰ ਕਹਿ ਰਹੇ ਬੰਦ ਕਰ ਰਹੇ, ਜਿਹਦੇ ਵਿੱਚ ਇਹਨਾਂ ਨੇ ਪਹਿਲਾਂ 500 ਗਨ ਐਡ ਕੀਤੀ, ਫਿਰ 1500 ਐਡ ਕੀਤੀ। ਹੁਣ ਮੈਨੂੰ ਵੀ ਨੰਬਰ ਨਹੀਂ ਪਤਾ ਕਿੰਨੇ ਐਡ ਕਰਤੇ। ਜਿਹੜੀ ਵੀ ਗਨ ਦਾ ਜੀ ਕਰਦਾ ਉਹਨੂੰ ਕਹਿ ਦਿੰਦੇ ਇਹਨੂੰ ਬੈਨ ਲਿਸਟ 'ਤੇ ਪਾ ਦਿਓ। ਜਿਹੜੀ ਹੁਣ ਇੱਕ ਇਹਨਾਂ ਦੀ ਸਟੈਂਡਿੰਗ ਕਮੇਟੀ ਚੱਲ ਰਹੀ ਹੈ ਨਾ, ਉਹਦੀਆਂ ਮੈਨੂੰ ਲੱਗਦਾ ਕੋਈ 100 ਮੀਟਿੰਗ ਹੋ ਚੁੱਕੀਆਂ। 52 ਤੱਕ ਤਾਂ ਮੈਂ ਵੀ ਫੋਲੋ ਕਰਦੇ ਰਿਹਾ। ਹੁਣ ਅਸੀਂ ਵੀ ਥੱਕ ਗਏ ਦੇਖ ਕੇ ਵੀ ਇਹ ਕੀ ਗੱਲ ਬਣੀ, ਕੀ ਕਰ ਰਹੇ ਆ। ਉਹਦੇ 'ਤੇ ਖਰਚਾ ਆ ਰਿਹਾ ਬਹੁਤ ਜ਼ਿਆਦਾ। ਉਹ ਜਦੋਂ ਉਹਨਾਂ ਦੇ ਬੰਦੇ ਆ ਕੇ ਗਵਰਨਮੈਂਟ ਦੇ ਬੈਠਦੇ ਨੇ, ਸੱਦਿਓ ਸੀ ਫਾਇਰ ਆਰਮ ਸੈਂਟਰ ਦੇ ਵਿੱਚੋਂ ਇੱਕ ਬੜਾ ਸਿਆਣਾ ਬੰਦਾ ਸੀਗਾ, ਉਹਨੂੰ ਗੰਨਾਂ ਚੱਕ ਕੇ ਪੁੱਛਦਾ, ਕਹਿੰਦਾ ਤੁਸੀਂ ਆਹ ਜਿਹੜੀ ਗੰਨ ਹੈ ਫੋਟੋ ਦਿਖਾ ਕੇ ਵੀ ਇਹ ਤੁਸੀਂ ਬੈਨ ਕੀਤੀ ਹੈ, ਕਿਉਂ ਕੀਤੀ ਆ, ਤੁਹਾਨੂੰ ਪਛਾਣਿਆ? ਉਹ ਕਹਿੰਦਾ ਨਹੀਂ ਮੈਨੂੰ ਪਛਾਣ ਨਹੀਂ। ਉਹ ਕਹਿੰਦਾ ਤਾਂ ਹੰਟਿੰਗ ਗੰਨ ਆ, ਕਦੇ ਇਹਨਾਂ ਨਾਲ ਕ੍ਰਾਈਮ ਨਹੀਂ ਹੋਇਆ, ਲੋਕ ਇਹਨੂੰ ਸਪੋਰਟਿੰਗ ਪਰਪਜ਼ ਲਈ ਯੂਜ਼ ਕਰਦੇ ਆ। ਨੇਟਿਵਸ ਦੇ ਰਾਈਟਸ 'ਤੇ ਬੜਾ ਹੱਲਾ ਮਾਰ ਰਹੇ ਆ। ਹੁਣ ਉਹ ਬੜਾ ਰੌਲਾ ਪਾ ਰਹੇ ਹੈਗੇ ਆ, ਕਿਉਂਕਿ ਉਹਨਾਂ ਨਾਲ ਜਿਹਨਾਂ ਪਾਸਿਆਂ 'ਚ ਉਹ ਰਹਿੰਦੇ ਉਹਨਾਂ ਨੂੰ ਉੱਥੇ ਗੰਨ ਉਹਨਾਂ ਦੇ ਲਈ ਇੱਕ ਫਾਇਰ ਆਰਮ ਨਹੀਂ ਹੈਗਾ, ਇੱਕ ਟੂਲ ਆ। ਉਹਨਾਂ ਨੇ ਆਪਣਾ ਟੱਬਰ ਵੀ ਪਾਲਣਾ। ਜਾਂ ਆਪਣੇ ਕੈਨੇਡਾ ਦਾ ਉਹ ਪਾਸਾ ਆ ਜਿੱਥੇ ਉਹ ਲੋਕ ਸਾਨੂੰ ਪ੍ਰੋਟੈਕਟ ਕਰਦੇ ਆ, ਉੱਥੇ ਆਰਮੀ ਨਹੀਂ ਹੈਗੀ। ਬਿਲਕੁਲ ਠੀਕ। ਉਹਨਾਂ ਨੂੰ ਗਨਜ਼ ਵੀ ਦਿੱਤੀਆਂ ਤੇ ਬਿਨਾਂ ਮੀਟ ਬਿਨਾਂ ਜਿਉ ਨਹੀਂ ਸਕਦੇ ਉਹ। ਹਾਂ, ਉਹ ਉੱਧਰ ਸਾਨੂੰ ਪ੍ਰੋਟੈਕਟ ਵੀ ਕਰਦੇ ਹੈਗੇ ਆ। ਤਾਂ ਇਸੇ ਕਰਕੇ ਇੱਕ ਬੜੀ ਇੰਟਰਸਟਿੰਗ ਮੈਂ ਪੜ੍ਹੀ ਸੀਗੀ ਜੀ ਸਟੋਰੀ, ਜਦੋਂ World War II ਲੱਗੀ ਆ ਨਾ, ਤਾਂ ਜੈਪਨੀਜ਼ ਨੇ ਪਰਲ ਹਾਰਬਰ ਵਾਲੀ ਸਾਈਡ ਤੋਂ ਅਮਰੀਕਾ ਨੂੰ ਜਿੱਤਿਆ, ਉੱਥੋਂ ਜਿੱਤ ਕੇ ਮੁੜ ਗਏ। ਉਹ ਕਿਸੇ ਨੇ ਉਹਨੂੰ ਜਰਨਲ ਨੂੰ ਪੁੱਛਿਆ ਵੀ ਤੁਸੀਂ ਮੁੜ ਕਾਹਦੇ ਗਏ, ਸਾਰਾ ਅਮਰੀਕਾ ਟੇਕ ਓਵਰ ਕਰ ਲੈਣਾ ਸੀਗਾ। ਗੰਨਾਂ ਦਾ ਨਾ ਮਤਲਬ ਸਮਝਣ ਦੀ ਬਹੁਤ ਲੋੜ ਹੈ। ਉਹ ਕਹਿੰਦੇ ਅੰਦਰ ਨਹੀਂ ਵੜ ਸਕਦੇ, ਉਹਦਾ ਟੈਂਕ ਖੜਾਈ ਖੜੇ ਨੇ ਬੇੜੇ। ਬੰਦੇ ਨੇ ਬਾਅਦ 'ਚ ਬੁੱਕ ਲੱਗੀ, ਹੁਣ ਉਹ ਜਰਨਲ ਤਾਂ ਜਿੰਦਾ ਨਹੀਂ ਆ। ਹਾਂ, ਉਹ ਕਹਿੰਦਾ ਸੀ ਮੈਂ ਇਸ ਕਰਕੇ ਨਹੀਂ, ਪਹਿਲਾਂ ਨੂੰ ਜਵਾਬ ਦਿੱਤਾ ਅਸੀਂ ਜਿੱਤ ਗਏ ਕਹੀ ਗਏ। ਉਹ ਕਹਿੰਦਾ ਸੀਗਾ, ਉਹ ਕਹਿੰਦਾ ਇਸ ਕਰਕੇ ਨਹੀਂ ਬੜੇ, ਮੈਨੂੰ ਇਸ ਗੱਲ ਦਾ ਪਤਾ ਵੀ ਐਵਰੀ ਅਮਰੀਕਨ ਹੈਜ਼ ਅ ਗਨ ਐਂਡ ਦੇ ਨੋ ਹਾਊ ਟੂ ਯੂਜ਼ ਇਟ। ਸਾਨੂੰ ਨਹੀਂ ਉਹਨਾਂ ਨੇ ਛੱਡਣਾ, ਜੇ ਵੜ ਗਏ। ਦੇਸ਼ ਦੀ ਰੱਖਿਆ ਅਮਰੀਕਨ ਆਪਣੇ ਦੇਸ਼ ਦੀ ਕਰਨਗੇ, ਆਰਮੀ ਨੂੰ ਤਾਂ ਹੀ ਜਿੱਤ ਲਿਆ ਆ, ਹੈ ਨਾ। ਸੋ ਇਸ ਕਰਕੇ ਦੇਸ਼ ਦੀ ਰੱਖਿਆ ਲਈ ਇਹ ਸਾਰੀਆਂ ਚੀਜ਼ਾਂ ਦੇ ਲਈ ਇਹਨਾਂ ਚੀਜ਼ਾਂ ਦੀ ਲੋੜ ਆ। ਐਜੂਕੇਸ਼ਨ ਦੇ ਨਾਲ ਅਸੀਂ ਵੀ ਦਿੰਦੇ ਹਾਂ, ਉਹਦੇ ਨਾਲ ਉਹਨੂੰ ਫੋਲੋ ਕਰੋ, ਲੋਕਾਂ ਦੀ ਸੋਚਣੀ ਚੇਂਜ ਕਰੋ। ਹੁਣ ਸਵਿਟਜ਼ਰਲੈਂਡ ਦੇ ਵਿੱਚ ਤਾਂ ਕਾਨੂੰਨ ਆ ਵੀ ਜੇ ਤੁਸੀਂ ਐਡਲਟ ਹੋਏ ਤੁਹਾਨੂੰ ਗਨ ਲੈਣੀ ਪੈਣੀ, ਗਵਰਨਮੈਂਟ ਦਿੰਦੀ ਹਰ ਇੱਕ ਦੇ ਘਰ ਤੇ ਜ਼ੀਰੋ ਕ੍ਰਾਈਮ।
ਹੁਣ ਇਹ ਨਿਊਜ਼ੀਲੈਂਡ ਨੂੰ ਫੋਲੋ ਕਰ ਰਹੇ ਨੇ ਜੀ, ਨਿਊਜ਼ੀਲੈਂਡ ਵੱਲ ਨੂੰ ਦੇਖਦੇ ਨੇ। ਚਲੋ ਉੱਥੇ ਮਸਜਿਦ ਤੇ ਬਹੁਤ ਮਾੜਾ ਹਮਲਾ ਹੋਇਆ, ਉਹ ਛੋਟਾ ਜਿਹਾ ਦੇਸ਼ ਹੈ, ਆਈਲੈਂਡ ਹੈ, ਉਹਨਾਂ ਨੇ ਕੰਟਰੋਲ ਕਰ ਲਿਆ। ਉੱਥੇ ਪਹਿਲਾਂ ਗੰਨਾਂ ਘੱਟ ਹੋਣਗੀਆਂ, ਹੋਰ ਘਟਾਤੀਆਂ। ਪਰ ਇਹ ਜਿਹੜਾ ਹੁਣ ਜਿਹੜੀ ਇਹ ਕੈਟੇਗਰੀ ਦੇ ਵਿੱਚ ਜਿੰਨੀਆਂ ਗੰਨਾਂ ਪਾ ਰਹੇ ਨੇ ਰਾਏ ਸਾਹਿਬ, ਇਹਨਾਂ ਨੂੰ ਖਰੀਦਣ ਲਈ ਸਾਡੀ ਜੇਬ 'ਚੋਂ ਪਹਿਲਾਂ ਇਹਨਾਂ ਨੇ $2 ਅਰਬ ਲਾਇਆ, ਹੁਣ ਕਿੰਨੇ ਅਰਬ ਲੱਗੂਗਾ? ਉਹਨਾਂ ਨੂੰ ਬਾਏ ਬੈਕ ਕਰਨਗੇ ਤੇ ਨਾਲੇ ਸਾਡੇ ਹੱਕਾਂ ਤੇ ਡਾਕਾ। ਇਹ ਜੀ ਕਹਿ ਰਹੇ ਵੀ ਜਿਹੜਾ ਅਸੀਂ ਬਾਏ ਬੈਕ ਦਾ ਪ੍ਰੋਗਰਾਮ ਬਣਾ ਰਹੇ ਹਾਂ ਨਾ, ਉਹ ਸਾਡਾ ਖਰਚਾ ਹੋਊਗਾ $400 ਤੋਂ $600 ਮਿਲੀਅਨ। ਇਹ ਇੱਕ ਐਸਟੀਮੇਟਡ ਨੰਬਰ ਆ ਜਿਹੜਾ ਇਹਨਾਂ ਦਾ ਦਿੱਤਾ ਹੈਗਾ। ਆਸਟ੍ਰੇਲੀਆ ਦੇ ਵਿੱਚ ਗਨ ਲਾਅ ਸਖਤ ਹੈਗੇ ਆ, ਉੱਥੇ ਕ੍ਰਾਈਮ ਹੈਗਾ, ਮੈਟਰ ਆਫ ਦਾ ਫੈਕਟ ਸਾਡੇ ਨਾਲ ਜ਼ਿਆਦਾ ਆ, ਹੈ ਨਾ। ਨਿਊਜ਼ੀਲੈਂਡ ਬੜਾ ਛੋਟਾ ਜਿਹਾ ਬੜਾ ਅੱਛਾ ਜਿਹਾ ਦੇਸ਼ ਹੈਗਾ, ਉਹਨਾਂ ਨੇ ਜਿਹੜੀਆਂ ਗਨ ਕੰਟਰੋਲ ਕੀਤੀਆਂ ਹੈਗੀਆਂ, ਉਹਨਾਂ ਦੇ ਨਾਲ ਕ੍ਰਾਈਮ ਨੂੰ ਨਹੀਂ ਕੋਈ ਫਰਕ ਪਿਆ, ਕਿਉਂਕਿ ਉਹ ਲੋਕ ਜਿਹੜੇ ਹੈਗੇ ਜਿਹੜੇ ਕ੍ਰਾਈਮ ਕਰਦੇ ਆ ਉਹ ਤਾਂ ਇਲੀਗਲ ਗਨ ਦੇ ਨਾਲ ਕਰਦੇ ਆ, ਹੈ ਨਾ। ਇੱਥੇ ਵੀ ਐਨ ਬਿਲਕੁਲ ਪ੍ਰੂਵਨ ਫੈਕਟ ਆ, ਬਿਲਕੁਲ। ਇੱਥੇ ਕਾਫੀ ਕਿਤਾਬਾਂ ਲਿਖੀਆਂ ਗਈਆਂ, ਪੁਲਿਸ ਚੀਫ ਨੇ ਕਿਹਾ ਹੈਗਾ। ਇੱਥੇ ਵੀ ਫਰਕ ਜਿਹੜਾ ਗੰਨਾਂ ਦਾ ਸਾਡੀਆਂ ਗੰਨਾਂ ਨਾਲ ਕੋਈ ਨਹੀਂ ਪੈਂਦਾ। ਅਸੀਂ ਤਾਂ ਕਿਸੇ ਨੂੰ ਕੁਛ ਕਹਿੰਦੇ ਨਹੀਂ, ਅਸੀਂ ਤਾਂ ਹੰਟਿੰਗ ਕਰਨੀ ਆ, ਜਾਂ ਅਸੀਂ ਟਾਰਗੇਟ ਸ਼ੂਟ ਕਰਨੀ ਆ, ਜਾਂ ਜਿਹੜੇ ਲੋਕ ਦੇਸ਼ ਦਾ ਨਾਂ ਉੱਚਾ ਕਰਦੇ ਆ ਓਲੰਪਿਕ ਦੇ ਵਿੱਚ ਟਾਰਗੇਟ ਸ਼ੂਟਿੰਗ ਲਈ ਜਾਂਦੇ। ਕਈ ਤਰ੍ਹਾਂ ਦੀ ਟਾਰਗੇਟ ਸ਼ੂਟਿੰਗ ਆ ਜੀ ਜੀ। ਇਹ ਜਿਹੜੀ ਇੱਕ ਗੱਲ ਵੀ ਇੱਕ ਹਿੱਸੇ ਨੂੰ ਪ੍ਰਭਾਵਿਤ ਕਰਦੇ ਆ, ਉਹ ਕਿਹੜਾ ਹਿੱਸਾ ਜਿਹੜਾ ਜਿਹਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਆ ਪੋਲੀਟੀਸ਼ੀਅਨ? ਹੈ ਕਿਉਂਕਿ ਬਿਨਾਂ ਰਾਜਨੀਤੀ ਤੋਂ ਤਾਂ ਇਹਨਾਂ ਨੇ ਕੁਛ ਨਹੀਂ ਕਰਨਾ, ਜਿਹੜਾ ਵੀ ਕੋਈ ਕਰਨਾ ਰਾਜਨੀਤੀ ਦੇ ਆਧਾਰ ਤਾਂ। ਕਿਹੜੇ ਕੈਨੇਡੀਅਨਸ ਨੇ ਜਿਹੜੇ ਇਹ ਕਹਿੰਦੇ ਨੇ ਵੀ ਲੋਕਾਂ ਦੇ ਘਰਾਂ 'ਚੋਂ ਇਹ ਗੰਨਾਂ ਲੈ ਆਓ ਚੱਕ ਕੇ? ਇਹ ਜੀ ਜਿੰਨੇ ਵੀ ਅਰਬਨ ਏਰੀਏ ਹੈ ਨਾ, ਸ਼ਹਿਰੀ ਲੋਕ ਜਿਹਨੂੰ ਆਪਾਂ ਕਹਿੰਦੇ, ਆਪਾਂ ਵੀ ਸ਼ਹਿਰੀ ਹਾਂ, ਇਹ ਉੱਥੇ ਦੇ ਲੋਕਾਂ ਨੂੰ ਇਹਦੇ ਬਾਰੇ ਨੌਲੇਜ ਘੱਟ ਆ, ਉਹਨਾਂ ਨੂੰ ਮਿਸਲੀਡ ਕਰ ਰਹੇ ਆ, ਤਾਂ ਉਹਨਾਂ ਨੂੰ ਇਹੋ ਕਹਿ ਰਹੇ ਹੈਗੇ ਵੀ ਲੋੜ ਨਹੀਂ। ਹੁਣ ਨੰਬਰ ਤਾਂ ਜ਼ਿਆਦਾ ਵੱਡੇ ਸ਼ਹਿਰਾਂ 'ਚ ਰਹਿੰਦੇ ਨਾ, ਜਦੋਂ ਆ ਜਾਂਦੀ ਗੱਲ ਕੈਲਗਰੀ, ਅਲਬਰਟਾ, ਸਸਕੈਚੁਅਨ, ਮੈਨੀਟੋਬਾ, ਉੱਥੇ ਲੋਕ ਜ਼ਿਆਦਾ ਫਾਰਮਰ ਆ। ਇਹ ਉਹਨਾਂ ਨੂੰ ਬਹੁਤਾ ਕਹਿ ਵੀ ਨਹੀਂ ਰਹੇ, ਕਿਉਂਕਿ ਉਹ ਲੋਕਾਂ ਨੂੰ ਆਪੇ ਸੂਝੀ ਹੈਗੀ ਆ। ਉਹ ਕਹਿੰਦੇ ਇਹਨਾਂ ਕ੍ਰਾਈਮ ਥੋੜ੍ਹਾ ਹੁੰਦਾ, ਸਾਨੂੰ ਤਾਂ ਲੋੜ ਇਹਨਾਂ ਚੀਜ਼ਾਂ ਦੀ, ਖੇਤੀ ਕਰਨ ਦੀ ਲੋੜ ਆ, ਹੰਟਿੰਗ ਕਰਨ ਦੀ ਲੋੜ, ਸਪੋਰਟਿੰਗ ਦੇ ਲਈ ਲੋੜ ਹੈਗੀ ਆ। ਸੋ ਇਹਨਾਂ ਨੇ ਪੂਰੇ ਦਾ ਪੂਰਾ ਇੱਕ ਪਾਸੇ ਨੂੰ ਫੋਕਸ ਕੀਤਾ ਹੈਗਾ ਵੀ ਤੁਸੀਂ ਇੰਨਾ ਕੁ ਰੌਲਾ ਪਾ ਲਓ ਤਾਂ ਕਿ ਵੱਧ ਤੋਂ ਵੱਧ, ਜੇ ਗੰਨਾਂ ਬੰਦ ਕਰਤੀਆਂ। ਹੁਣ ਤੁਸੀਂ ਇਹ ਦੱਸੋ ਵੀ ਜੇ ਤੁਸੀਂ ਇੱਕ ਗਨ ਹੈਗੀ ਜਿਹਦੇ ਨਾਲ ਮੈਂ ਡਕ ਹੰਟਿੰਗ ਕਰਦਾ ਹੁੰਦਾ, ਉਹ ਵੀ ਬੈਨ ਲਿਸਟ 'ਤੇ ਆ। ਕਮਾਲ ਕਰਦੇ। ਅੱਛਾ, ਹੁਣ ਅਸੀਂ ਕੀ ਕਿਸੇ ਨੂੰ ਕੁਛ ਕਹਿੰਦੇ ਹੈਗੇ ਆ? ਅਸੀਂ ਡਕ ਹੰਟਿੰਗ ਕਰਕੇ ਘਰ ਆ ਜਾਂਦੇ ਹਾਂ, ਲੋਕਾਂ ਨੂੰ ਸੇਫਟੀ ਪ੍ਰਮੋਟ ਕਰਦੇ ਹੈਗੇ। ਹੁਣ ਕਹਿੰਦੇ ਸਾਡੇ ਕੋਲ ਗਲਤੀ ਹੋ ਗਈ, ਉਹ ਗਨ ਨੂੰ ਕੱਢ ਦਿੰਦੇ ਆ ਵਿੱਚੋਂ ਬਾਹਰ। ਮਤਲਬ ਕਿ ਬੈਕ ਐਂਡ ਫੋਰਥ ਇੰਨਾ ਜਾ ਰਿਹਾ ਨਾ, ਜਿੱਦਾਂ ਆਪਾਂ ਕਹਿੰਦੇ ਨਾ ਬੁਖਲਾਇਆ ਉਹ ਆ ਵੀ ਇਲੈਕਸ਼ਨ ਆਉਣ ਤੋਂ ਪਹਿਲਾਂ ਦਵਾ ਦਵ ਆਪਾਂ ਲੋਕਾਂ ਦੇ ਮਨ ਦੇ ਵਿੱਚ ਮਿਸ ਇਨਫੋਰਮੇਸ਼ਨ ਦੇ ਕੇ ਇੱਦਾਂ ਦਾ ਕਰ ਲਈਏ ਇਲੈਕਸ਼ਨ ਜਿੱਤ ਜਾਈਏ। ਹੁਣ ਜਿਹੜੀਆਂ ਮੀਟਿੰਗਸ ਹੋ ਰਹੀਆਂ ਉਹ ਇੰਨੀਆਂ ਫੇਲ ਹੋ ਰਹੀਆਂ ਨੇ, ਲੋਕ ਇਹਨਾਂ ਦੇ ਖਿਲਾਫ ਹੋ ਰਹੇ ਆ। ਉੱਥੇ ਆਪੋਜੀਸ਼ਨ ਕੌਣ ਕਰ ਰਿਹਾ ਜੀ ਜਾ ਕੇ? ਆਮ ਲੋਕ ਜਾਂ ਐਸੋਸੀਏਸ਼ਨਸ? ਇਹ ਜੀ ਹੁਣ ਬਹੁਤ ਜ਼ਿਆਦਾ MP MLA ਕਰ ਰਹੇ ਆ। ਅੱਛਾ, ਜਿਹੜੇ ਨੇਟਿਵਸ ਹੈਗੇ ਉਹਨਾਂ ਦੇ ਚੀਫ ਕਰ ਰਹੇ ਆ, ਉਹਨਾਂ ਦੇ ਜਿਹੜੇ ਇਲੈਕਟਡ ਰੈਪਰੈਜ਼ੈਂਟੇਟਿਵ ਕੰਜ਼ਰਵੇਟਿਵ ਪਾਰਟੀ ਵਿਰੋਧਤਾ ਕਰ ਰਹੀ ਹੈ। ਹਾਂ, ਜਿਹੜੀ ਕੈਨੇਡੀਅਨ ਹੈਗੀਆਂ ਐਸੋਸੀਏਸ਼ਨ ਜਿਹੜੀਆਂ ਗਨ ਰਾਈਟਸ ਦੇ ਬਾਰੇ ਬੋਲਦੀਆਂ ਉਹ ਕਰ ਰਹੀਆਂ। ਸੋ ਪਤਾ ਨਹੀਂ ਕਿੰਨੀਆਂ ਲਿਟੀਗੇਸ਼ਨ ਸੁਪਰੀਮ ਕੋਰਟ 'ਚ ਇਸ ਵੇਲੇ ਪਈਆਂ ਹੈਗੀਆਂ। ਉਹਨਾਂ 'ਤੇ ਖਰਚਾ ਆਉਣਾ, ਫਿਰ ਸਰਕਾਰੀ ਵਕੀਲ ਉੱਧਰੋਂ ਭੁਗਤਣਗੇ, ਉਹਦੇ 'ਤੇ ਵੀ ਖਰਚਾ ਆਉਣਾ। ਫਿਰ ਇਹ ਸੋਚਦੇ ਨਹੀਂ ਹੈਗੇ। ਇੱਕ ਉੱਥੇ ਅੰਟੇਰੀਓ ਦੇ ਇਲਾਕੇ 'ਚ ਔਰਤ ਹੈ, ਉਹ ਟੀਚਰ ਹੈਗੀ ਆ, ਉਹ ਟਾਰਗੇਟ ਸ਼ੂਟਿੰਗ ਕਰਦੀ ਹੈ। ਜਿਹੜੀ ਉਹਦੇ ਕੋਲ ਗਨ ਹੈਗੀ ਆ ਨਾ, ਉਹ ਐਡੀ ਲੰਮੀ ਗਨ ਹੈ, 56 ਇੰਚ ਲੰਮੀ। ਉਹਦੇ ਨਾਲ ਕੀ ਕ੍ਰਾਈਮ ਹੋਊਗਾ? ਕਹਿੰਦੇ ਉਹ ਕੈਲੀਬਰ ਬੈਨ ਕਰਨਾ ਆ। ਹੁਣ ਵੀ ਇਹਨਾਂ ਦੇ ਉੱਤੇ ਮੁਕੱਦਮਾ ਕੀਤਾ ਹੈਗਾ ਵੀ ਇਹ ਕਿਉਂ ਕਰਨਾ? ਮੈਂ ਲਿਆ ਤਾਂ ਤੁਹਾਡੇ ਰਾਈਟ ਦੇ ਨਾਲ ਸੀ, ਕਾਨੂੰਨੀ ਤੌਰ 'ਤੇ ਖਰੀਦੀ ਆ, ਤੁਸੀਂ ਇਹਨੂੰ ਕਿਉਂ ਬੈਨ ਕਰਨਾ? ਸੋ ਇਸ ਵੇਲੇ ਇਹਨਾਂ ਦਾ ਕੰਪਲੀਟ ਫੋਕਸ ਹੈਗਾ ਆ ਵੋਟਾਂ ਲੈਣ 'ਤੇ, ਪਰ ਉਹ ਹੁਣ ਫੋਕਸ ਬਿਲਕੁਲ ਹੀ ਹਿੱਲ ਗਿਆ। ਅੱਛਾ ਰਾਏ ਸਾਹਿਬ, ਕੁਛ ਤੁਸੀਂ ਬਹੁਤ ਹੰਟਿੰਗ 'ਤੇ ਜਾਂਦੇ ਹੋ, ਕੁਛ ਏਰੀਆ ਕੈਨੇਡਾ ਦਾ ਇਹੋ ਜਿਹਾ ਜਿੱਥੇ ਹੰਟਿੰਗ ਬਿਨਾਂ ਸਰਵਾਈਵ ਹੀ ਨਹੀਂ ਕਰ ਸਕਦੇ ਹੋ। ਲੇਟਲੀ ਤੁਸੀਂ ਅਲਾਸਕਾ ਤੱਕ ਜਾ ਕੇ ਆਏ ਹੋ, ਉਹਨਾਂ ਦੇ ਬਾਰੇ ਵੀ ਮਾੜਾ ਜਿਹਾ ਦੱਸੋ। ਅਸੀਂ ਦਸੰਬਰ ਦੇ ਮਹੀਨੇ 'ਚ ਅਲਾਸਕਾ ਵਾਲੇ ਹਾਈਵੇ ਦੇ ਉੱਤੇ ਅਸੀਂ ਗਏ ਸੀਗੇ, ਕੁਝ ਦੋਸਤ ਇਕੱਠੇ ਹੋ ਕੇ। ਜਿਹੜੇ ਨਿਨੂਵੇਟ ਵਾਲਾ ਇਲਾਕਾ ਹੈਗਾ ਜਾਂ ਉਹ ਬਿਲਕੁਲ ਨਾਰਥ ਸਾਈਡ ਹੈਗੀ ਆ, ਵਾਈਟ ਹਾਰਸ ਕਹਿ ਲਓ, ਉੱਥੇ ਹਾਲੇ ਵੀ ਕਮਿਊਨਿਟੀਜ਼ ਕਈ ਹੈਗੀਆਂ ਜਿਹੜੀਆਂ ਉਹ ਜੀ ਉਹ ਸ਼ਿਕਾਰ ਖੇਲਦੇ, ਉਸ ਸ਼ਿਕਾਰ ਦੇ ਨਾਲ ਹੀ ਸਰਵਾਈਵ ਕਰਦੇ ਹੈਗੇ ਆ ਪਹਿਲਾਂ ਤੋਂ ਹੀ।
ਔਰ ਆਮ ਗਵਰਨਮੈਂਟ ਜਿਹੜੀਆਂ ਹੈਗੀਆਂ ਸਾਰੀਆਂ ਉਹਨਾਂ ਨੂੰ ਉਸ ਚੀਜ਼ ਦੇ ਲਈ ਰੈਕੋਗਨਾਈਜ਼ ਕੀਤਾ ਹੈਗਾ। ਤਾਂ ਉਹਨਾਂ ਨੂੰ ਇਹ ਕੁਛ ਗਨਸ ਹੈਗੀਆਂ ਜਿਹੜੀਆਂ ਕੋਈ ਉਹਨਾਂ ਨੇ ਉਹਨਾਂ ਦੀ ਕਲਾਸੀਫਿਕੇਸ਼ਨ ਚੇਂਜ ਕੀਤੀ, ਬੈਨ ਕੀਤੀ, ਉਹਨਾਂ ਲਈ ਨਹੀਂ ਸੀ ਚੇਂਜ ਕੀਤੀਆਂ ਤਾਂ ਕਿ ਉਹ ਰੱਖ ਸਕਣ ਆਪਣੇ ਸਰਵਾਈਵਲ ਦੇ ਲਈ। ਉਹਦੇ ਲਈ ਵੀ ਲਿਬਰਲ ਗਵਰਨਮੈਂਟ ਜਿਹੜੀ ਹੈਗੀ ਆ ਉਹ ਉਹਨਾਂ 'ਤੇ ਵੀ ਜਿਵੇਂ ਸਿੱਧੀ ਪੰਜਾਬੀ ਕਹਿ ਦੇਵਾਂ ਵੀ ਉਹਨਾਂ ਦੇ ਹੱਕਾਂ 'ਤੇ ਵੀ ਡਾਕਾ ਮਾਰ ਰਹੀ ਹੈਗੀ ਆ, ਤਾਂ ਉਹ ਵੀ ਉਹਨਾਂ ਦੇ ਕੋਲ ਖੋ ਰਿਹਾ ਹੈਗਾ। ਅੱਛਾ ਰਾਏ ਸਾਹਿਬ, ਪਹਿਲਾਂ ਵੀ ਇੱਕ ਦੱਸਿਓ ਜੀ, ਇਸ ਬਿੱਲ ਤੋਂ ਪਹਿਲਾਂ ਹਾਂਜੀ ਕੁਝ ਹੋਰ ਗੰਨਾਂ ਵੀ ਜਿਹੜੀਆਂ ਉਹ ਬੈਨ ਲਿਸਟ 'ਚ ਪਾਈਆਂ ਸੀ, ਉਹ ਇੰਪਲੀਮੈਂਟ ਹੋ ਗਿਆ ਜੋ ਉਹ ਹਲੇ ਪ੍ਰਪੋਜ਼ ਨੇ? ਜਿਹੜੀਆਂ ਬਹੁਤ ਚਿਰ ਪਹਿਲਾਂ ਕੀਤਾ ਸੀ, ਮੇਰੇ ਖਿਆਲ ਇਹ ਹੈਗੀ ਆ ਗੱਲ ਕੋਈ 10 ਸਾਲ ਪੁਰਾਣੀ। ਅੱਛਾ। ਉਦੋਂ ਇਹਨਾਂ ਨੇ ਤਰੀਕਾ ਕੁਛ ਸੋਹਣਾ ਵਰਤਿਆ ਸੀਗਾ, ਬੇਸ਼ੱਕ ਉਹਨਾਂ ਕੁਛ ਐਗਰੀ ਹੋਣ ਚਾਹੇ ਨਾ ਹੋਣ। ਜਿੱਦਾਂ ਮਿਸਾਲ ਦੇ ਤੌਰ 'ਤੇ ਇਹਨਾਂ ਨੇ ਕਿਹਾ ਸੀਗਾ ਵੀ ਜਿਹੜੀ AK-47 ਜਿਹਨਾਂ ਲੋਕਾਂ ਨੇ ਲਈ ਸੀ ਕਾਨੂੰਨੀ ਤੌਰ 'ਤੇ, ਅਸੀਂ ਇਹਦੀ ਕਲਾਸੀਫਿਕੇਸ਼ਨ ਚੇਂਜ ਕਰ ਦੇਣੀ ਹੈ। ਜਿਹਨਾਂ ਕੋਲ ਹੈਗੀ ਰੱਖ ਲਓ, ਤੁਸੀਂ ਰੱਖ ਲਓ, ਟਾਰਗੇਟ ਸ਼ੂਟਿੰਗ ਵੀ ਕਰ ਲਓ, ਪਰ ਗਾਂ ਨਹੀਂ ਲੈਣ ਦੇਣੀ ਆ। ਉਹ ਗੰਨਾਂ ਪਲੱਸ ਹੋਰ ਬਹੁਤ ਜ਼ਿਆਦੀਆਂ, ਜਦੋਂ ਦੱਸਿਆ 1500 ਤੋਂ ਵੀ ਟੱਪ ਗਿਆ ਨੰਬਰ, ਖਰੇ 3000 ਤੋਂ ਵੀ ਟੱਪ ਗਿਆ। ਹੁਣ ਸਾਨੂੰ ਤਾਂ ਨੰਬਰ ਚੇਤੇ ਰੱਖਣੇ ਵੀ ਔਖੇ ਹੋਈ ਜਾਂਦੇ, ਰੋਜ਼ ਕਾਨੂੰਨ ਇੰਨੇ ਆਉਂਦੇ ਆ। ਕਈ ਵਾਰ ਮੀਡੀਆ ਤੋਂ ਫੋਨ ਆਉਂਦਾ ਵੀ ਇੰਟਰਵਿਊ ਕਰਨੀ, ਕੁਛ ਪੁੱਛਣਾ। ਮੈਂ ਕਿਹਾ ਤੁਹਾਨੂੰ ਜ਼ਿਆਦਾ ਪਤਾ, ਮੈਨੂੰ ਘੱਟ ਪਤਾ ਆ, ਕਿਉਂਕਿ ਓਵਰਨਾਈਟ ਤਾਂ ਲਾਅ ਬਦਲ ਦਿੰਦੇ ਆ। ਅੱਗੇ ਤਾਂ ਹੁੰਦਾ ਸੀ ਫੋਲੋ ਕਰਦੇ ਹੈਗੇ ਆ। ਸੋ ਉਦੋਂ ਇਹਨਾਂ ਨੇ ਉਹਨਾਂ ਨੂੰ ਗ੍ਰੈਂਡ ਫਾਦਰ ਕਰ ਦਿੰਦੇ ਸੀਗੇ ਵੀ ਤੁਹਾਨੂੰ ਗ੍ਰੈਂਡ ਫਾਦਰ ਕੀਤਾ, ਤੁਹਾਡੀ ਇਸ ਚੀਜ਼ ਜਿਹੜੀ ਆ ਖੋਣੀ ਨਹੀਂ, ਤੁਹਾਤੋਂ ਵਾਪਸ ਨਹੀਂ ਲੈਣੀ, ਤੁਸੀਂ ਰੱਖ ਲਓ। ਹੁਣ ਜਿਹੜਾ ਕਰ ਰਹੇ ਆ ਉਹ ਤੁਹਾਤੋਂ ਖੋ ਰਹੇ ਆ, ਵਾਪਸ ਲੈ ਰਹੇ ਹੈਗੇ ਆ। ਬਿਜ਼ਨਸ ਨੂੰ ਬਹੁਤ ਘਟਾ ਪੈ ਰਿਹਾ। ਸਰ ਪ੍ਰਭਜੋਤਪਾਲ ਸਿੰਘ ਜੀ, ਤੁਸੀਂ ਏਅਰ 'ਤੇ ਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਮੈਂ ਜਿਹੜੀ ਗੱਲ ਕਰਨੀ ਹੈਗੀ ਆ, ਦੇਖੋ ਮੈਂ ਸਿੱਖ ਵੀ ਹਾਂ ਤੇ ਮੈਂ ਕੈਨੇਡੀਅਨ ਸਿਟੀਜ਼ਨ ਵੀ ਹੈਗਾ ਆ ਜੀ। ਹੁਣ ਗੱਲ ਜਿਹੜੀ ਹੈਗੀ ਆ, ਆਪਾਂ ਜਿਹੜੇ ਹਥਿਆਰਾਂ ਦੀ ਕਰ ਰਹੇ ਹਾਂ, ਜਿੱਦਾਂ ਇੱਥੇ ਪਾਬੰਦੀਆਂ ਲੱਗ ਰਹੀਆਂ, ਤੇ ਆਪਾਂ ਨੂੰ ਪਤਾ ਆ ਵੀ ਆਪਣੇ ਜਿਹੜੇ 6ਵੇਂ ਪਾਤਸ਼ਾਹੀ ਆ, ਉਹਨੇ ਹੁਕਮ ਕੀਤਾ ਸੀ ਵੀ ਸਭ ਤੋਂ ਵਧੀਆ ਹਥਿਆਰ ਤੇ ਵਧੀਆ ਘੋੜੇ ਰੱਖੋ ਤੇ ਗੁਰੂ ਘਰ 'ਚ ਭੇਟ ਕਰੋ। ਯਾਨੀ ਕਿ ਧਾਰਮਿਕ ਤੌਰ ਤੇ ਸਾਨੂੰ ਗੁਰੂ ਸਾਹਿਬ ਵੱਲੋਂ ਹੀ, ਜਦ ਕਿ ਜਿੱਦਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਆ ਕੇ ਹੁਕਮ ਕਰਤਾ ਸੀ ਵੀ ਰਾਜਨੀਤੀ ਜਿਹੜੀ ਗੰਦੀ ਆ ਉਹਦੇ ਖਿਲਾਫ ਖੜੋ, ਜਿਹੜਾ ਇਨਸਾਨੀ ਹੱਕਾਂ ਲਈ ਜਿਹੜੀ ਆ ਆਵਾਜ਼ ਬੁਲੰਦ ਕਰੋ। ਤੇ ਉਸੇ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਜਿਹੜਾ ਉੱਥੇ ਦੀ ਜਿਹੜੀ ਸਰਕਾਰ ਹੈਗੀ ਆ, ਜਦੋਂ ਉਹ ਸਰਕਾਰ ਨੇ ਲੋਕਾਂ ਦੇ ਹੱਕਾਂ ਨੂੰ ਦੱਬਣਾ ਸ਼ੁਰੂ ਕੀਤਾ ਤੇ ਉਹਦੇ ਖਿਲਾਫ ਜਦੋਂ ਚੜ੍ਹਾਈ ਕੀਤੀ ਹੈ ਤਾਂ ਉਹਦੇ ਖਿਲਾਫ ਲੜਾਈ ਵੀ ਕੀਤੀ। ਤੇ ਇਹੋ ਹੀ ਜਿਹੜੀ ਗੱਲ ਆ, ਜਿਹੜੀ ਅਮਰੀਕਾ ਦੇ ਕਨਸਟੀਟਿਊਸ਼ਨ ਦੇ ਵਿੱਚ ਵੀ ਲਿਖੀ ਹੋ ਆ, ਮੇਰੇ ਖਿਆਲ 1787 ਜੀ। ਹਾਂ ਜਾਂ ਉਹਨਾਂ ਨੇ ਕਿਹਾ ਵੀ ਜੇ ਸਰਕਾਰਾਂ ਬਦਨੀਤ ਹੋ ਜਾਵੇ ਤਾਂ ਅਸੀਂ ਆਪਣੇ ਆਪ ਨੂੰ ਡਿਫੈਂਡ ਕਿਵੇਂ ਕਰਨਾ। ਜੈਫਰਸਨ ਨੇ ਕਿਹਾ ਜੀ 1787 ਦਸੰਬਰ 20 ਨੂੰ। ਜੀ ਬਿਲਕੁਲ ਜੀ। ਉਸ ਗੱਲ ਨੂੰ ਜਿੱਦਾਂ ਬਿਲਕੁਲ ਉਹ ਜਿਹੜੇ ਉਸ ਵੇਲੇ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਅਮਰੀਕਨ ਲੜੇ, ਉਹਨਾਂ ਨੂੰ ਇਸ ਗੱਲ ਦਾ ਸਮਝ ਸੀ ਕਿ ਸਰਕਾਰਾਂ ਜਿਹੜੀਆਂ ਲੋਕਾਂ ਦੇ ਹੱਕ ਕਦੀ ਵੀ ਖੋਲ ਸਕਦੀਆਂ ਹੈਗੀਆਂ। ਤੇ ਨਿਊ ਵਰਲਡ ਆਰਡਰ ਜਿਹੜਾ ਆ ਰਿਹਾ ਹੈਗਾ ਆ, ਤੇ ਉਹਦੇ ਵਿੱਚ ਜਿਹੜਾ ਆ ਸਭ ਕੁਛ ਜਿਹੜਾ ਆ ਇੱਥੇ ਕੈਨੇਡਾ, ਅਮਰੀਕਾ ਵਰਗੀਆਂ ਕੰਟਰੀਆਂ 'ਚ ਤਾਂ ਆਲਰੇਡੀ ਜਿਹੜੇ ਬਿਜ਼ਨਸਮੈਨ ਆ, ਉਹਨਾਂ ਨੂੰ ਆਮ ਲੋਕਾਂ ਦੇ ਹੱਕ ਤਕਰੀਬਨ ਦੇ ਦਿੱਤੇ ਗਏ ਆ। ਜਿੱਦਾਂ ਮਨਸੈਂਟੋ ਵਗੈਰਾ ਵਰਗੀਆਂ ਜਿਹੜੀਆਂ ਕੰਪਨੀਆਂ, ਉਹ ਫਾਰਮਰਾਂ ਨੂੰ ਗੁਲਾਮਾਂ ਵਾਂਗੂ ਵਰਤ ਰਹੀਆਂ ਹੈਗੀਆਂ। ਤੇ ਇਹੋ ਜੋ ਕੁਛ ਜਿਹੜਾ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾ ਕੇ, ਕੀ ਅੱਜ ਦੇ ਰਾਜਨੀਤਿਕ ਜਿੱਥੇ ਵੋਟਾਂ ਮੰਗ ਰਹੇ ਆ, ਉੱਥੇ ਦੂਸਰੇ ਪਾਸੇ ਲੋਕਾਂ ਦੇ ਹੱਕ ਨਹੀਂ ਖੋ ਕੇ ਜਿਹੜੇ ਆ ਵੱਡੇ ਘਰਾਣੇ ਹੈਗੇ, ਉਹਨਾਂ ਦੇ ਹੱਥ ਵਿੱਚ ਦੇਣ ਲਈ ਇਹ ਸਾਰਾ ਕੁਛ ਕੀਤਾ ਜਾ ਰਿਹਾ, ਤਾਂ ਕਿ ਜਦੋਂ ਕੱਲ੍ਹ ਨੂੰ ਲੋਕਾਂ ਨੂੰ ਗੁਲਾਮੀ ਦੀਆਂ ਅਲਾਮਤਾਂ ਵਿੱਚ ਰਹਿਣਾ ਪਊਗਾ, ਉਸ ਵੇਲੇ ਉਹਨਾਂ ਕੋਲ ਕੋਈ ਹੱਕ ਨਹੀਂ ਹੋਊਗਾ। ਮੈਂ ਇਹਦੇ ਵਿੱਚ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ, ਜਿੱਥੇ ਉਹ ਜਿੱਦਾਂ ਹੁਣ ਨਿਨਵਤ ਦੀ ਗੱਲ ਕੀਤੀ ਆ, ਰੈੱਡ ਇੰਡੀਅਨਾਂ ਦੇ ਹੱਕਾਂ ਦੀ ਗੱਲ ਕੀਤੀ ਹੈਗੀ ਆ, ਜਾਂ ਗ੍ਰੈਂਡ ਫਾਦਰਿੰਗ ਵਾਲੀ ਗੱਲ ਸੀ, ਇਹ ਏਦਾਂ ਨਹੀਂ ਵੀ ਉਹ ਜਿਹੜੀ ਉਹ ਜਰਮਨ ਦੀ ਇੱਕ ਕਹਾਵਤ ਹੈਗੀ ਆ ਵੀ ਜਦੋਂ ਉਹ ਜਿਹੜੇ ਸਭ ਤੋਂ ਧਾਰਮਿਕ ਲੋਕ ਸੀ ਉਹਨਾਂ ਲਈ ਆਏ ਤਾਂ ਉਸ ਵੇਲੇ ਅਸੀਂ ਬੇਪਰਵਾਹ ਰਹੇ, ਫਿਰ ਬਾਕੀਆਂ ਲਈ ਆਏ ਤਾਂ ਉਦੋਂ ਵੀ ਬੇਪਰਵਾਹ ਰਹੇ, ਜਦੋਂ ਸਾਡੇ ਗੁਆਂਢੀਆਂ ਲਈ ਆਏ ਉਦੋਂ ਵੀ ਅਸੀਂ ਬੇਪਰਵਾਹ ਰਹੇ, ਤੇ ਜਦੋਂ ਸਾਡੇ ਹੱਕ ਖੋਹਣ ਲਈ ਸਾਡੇ ਤੇ ਹਿਟਲਰ ਆਇਆ, ਸਾਨੂੰ ਜਿਹੜਾ ਜੇਲ੍ਹਾਂ 'ਚ ਲਿਜਾ ਕੇ ਕੰਸਨਟ੍ਰੇਸ਼ਨ ਕੈਂਪਾਂ ਵਿੱਚ ਤਾੜਨਾ ਸੀ, ਤੇ ਉਸ ਵੇਲੇ ਸਾਡੇ ਲਈ ਖਾਣ ਲਈ ਕੋਈ ਨਹੀਂ ਸੀ। ਕਿ ਇਹੋ ਜਿਹਾ ਵਰਤਾਰਾ ਨਹੀਂ ਇਹ ਵਾਪਰ ਰਿਹਾ ਹੈਗਾ। ਜਿਹੜੀ ਆਪਣੇ ਨਿਊਜ਼ੀਲੈਂਡ ਦੀ ਗੱਲ ਕੀਤੀ ਜਾਂਦੀ, ਜਦੋਂ ਉੱਥੇ ਮਾਸਕ ਦੇ ਵਿੱਚ ਆਪਾਂ ਦੇਖਿਆ, ਜਦੋਂ ਗੋਲੀ ਚਲਾ ਰਿਹਾ ਸੀ ਤੇ ਉੱਥੇ ਇੱਕ ਜਿਹੜਾ ਬੰਦਾ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਜਿਹੜਾ ਉੱਥੇ ਜਿਹੜਾ ਪੈਸਿਆਂ ਵਾਲੀ ਮਸ਼ੀਨ ਆ, ਉਹ ਚੁੱਕ ਕੇ ਉਹ ਬੰਦੂਕ ਦੇ ਖਿਲਾਫ ਮਾਰਦਾ। ਜੇ ਉਹਦੇ ਕੋਲ ਪਿਸਤੌਲ ਹੁੰਦਾ, ਗੋਲੀ ਹੁੰਦੀ, ਬੰਦੂਕ ਹੁੰਦੀ, ਕੋਈ ਹਥਿਆਰ ਹੁੰਦਾ, ਕੀ ਉਹ ਆਪਣੇ ਆਪ ਨੂੰ ਵਧੀਆ ਡਿਫੈਂਡ ਨਹੀਂ ਕਰ ਸਕਦਾ ਸੀ? ਕਿਉਂ ਇਹ ਗਲਤ ਪਾਸੇ ਨੂੰ ਚੱਲ ਰਿਹਾ ਤੇ ਇਹਦੇ ਬਾਰੇ ਕੀ ਕੀਤਾ ਜਾ ਸਕਦਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਜਤਿੰਦਰ ਸਿੰਘ ਜੀ ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਪੁੱਛਣਾ ਸੀ ਐਲੀਜੀਬਲ, ਜਦੋਂ ਮੈਂ ਪੀਆਰ ਆ ਕਿ ਐਲੀਜੀਬਲ ਕਿ ਕੱਲਾ ਸਿਟੀਜ਼ਨ ਹੀ ਲੈ ਸਕਦਾ ਆ? ਰਾਏ ਸਾਹਿਬ ਇਹ ਇੱਥੇ ਜੀ ਜਿਹੜੇ ਪਹਿਲੇ ਗਨ ਲਾਜ਼ ਹੈਗੇ ਉੱਦਾਂ ਹੈਗੇ ਤਾਂ ਬਹੁਤ ਜ਼ਿਆਦਾ ਸੋਹਣੇ, ਬੜੀ ਸਾਨੂੰ ਸੋਹਣੀ ਫਰੀਡਮ ਹੈ, ਪਰ ਜਾਣੀ ਕਿ ਹੁਣ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਔਰ ਮੈਂ ਵਿੱਚ ਥੋੜ੍ਹਾ ਜਿਹਾ ਕੁਐਸਚਨ ਤੋਂ ਹਟਵਾਂ, ਕਹਿ ਦਵਾਂ ਕਿ ਜਿਹੜਾ ਆਪਾਂ ਨੂੰ ਕੰਸਰਵੇਟਿਵ ਲੀਡਰ ਹੈ ਨਾ, ਉਹ ਸਾਨੂੰ ਇਹ ਪ੍ਰੋਮਿਸ ਕਰ ਰਿਹਾ ਕਿ ਮੈਂ ਇਸ ਕਾਨੂੰਨ ਨੂੰ, ਬਿੱਲ ਨੂੰ ਲਿਟਰਲੀ ਰਿਵਰਸ ਕਰੂੰਗਾ। ਕੁਛ ਡੀਲਰਸ ਦੇ ਨਾਲ ਵੀ ਗੱਲ ਹੋਈ ਉਹਦੀ, ਅਸੀਂ ਵੀ ਕਰਾਂਗੇ। ਜਿਹੜਾ ਤੁਸੀਂ ਪੁੱਛਿਆ ਹੈਗਾ ਆ ਲਾਇਸੈਂਸ ਲੈਣ ਨੂੰ, ਉਹਦੇ ਵਿੱਚ ਇੱਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ। ਈਵਨ ਜੇ ਕੋਈ ਵਿਜ਼ਟਰ ਵੀ ਕੈਨੇਡਾ ਆਇਆ ਨਾ ਤਾਂ ਉਹ ਕਹਿੰਦਾ ਵੀ ਮੈਂ ਗਨ ਲਾਇਸੈਂਸ ਲੈਣਾ, ਉਹ ਕਲਾਸ ਲਾ ਕੇ ਗਨ ਲਾਇਸੈਂਸ ਲੈ ਸਕਦਾ ਹੈ। ਸੋ ਕੋਈ ਰਿਕੁਆਇਰਮੈਂਟ ਨਹੀਂ, ਚਾਹੇ ਤੁਸੀਂ ਸਿਟੀਜ਼ਨ ਹੋਵੋ ਨਾ ਹੋਵੋ, PR ਹੋਵੋ ਨਾ ਹੋਵੋ। ਮੇਰੇ ਕੋਲ ਸਟੂਡੈਂਟ ਬਹੁਤ ਆਉਂਦੇ ਆ ਜਿਹੜੇ ਸ਼ੌਕੀਨ ਆ, ਬੜਾ ਸੋਹਣਾ ਸੋਹਣਾ ਸ਼ੂਟ ਕਰਦੇ ਜੀ ਕਲੱਬਾਂ ਜਾ ਕੇ ਮੁੰਡੇ, ਹੈ ਨਾ। ਸਟੂਡੈਂਟ ਬਹੁਤ ਆਉਂਦੇ ਮੇਰੇ ਕੋਲ ਜਿਹੜੇ ਉਹ ਐਜ਼ ਏ ਸਟੂਡੈਂਟ ਗਨ ਲਾਇਸੈਂਸ ਕੈਨੇਡਾ ਦਾ ਲੈ ਸਕਦੇ ਆ। ਜਸਵੀਰ ਸਿੰਘ ਜੀ ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਰਾਏ ਸਾਹਿਬ ਤੋਂ ਦੋ ਕੁ ਗੱਲਾਂ ਪੁੱਛਣਾ ਚਾਹੁੰਦਾ ਜੀ। ਇੱਕ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਇਹ ਲਾਇਸੈਂਸ ਲੈਣਾ ਕਿਤਨਾ ਕੁ ਔਖਾ ਆ? ਠੀਕ ਹੈ ਜੀ। ਦੂਜੀ ਹੈਗੀ ਹੈ ਜੀ, ਮੈਂ ਲਾਇਸੈਂਸ ਇਹਨਾਂ ਦਾ ਫ਼ੋਨ ਨੰਬਰ ਲੈਣਾ ਚਾਹੁੰਦਾ ਜੀ। ਉਹ ਤਾਂ ਦੋਨੇ ਦੇ ਦਾਂਗੇ ਜੀ। ਕਿੰਨਾ ਕੁ ਔਖਾ ਜੀ ਰਾਏ ਸਾਹਿਬ? ਔਖੇ ਦੇ ਜੀ ਮੈਂ ਕਹਿ ਦਿੰਦਾ ਹੈਗਾ ਆ ਵੀ ਮੈਂ ਕਲਾਸ ਦੇ ਵਿੱਚ ਕਹਿਣਾ ਹੁੰਦਾ ਵੀ ਤੁਸੀਂ ਚੜ੍ਹਦੀ ਕਲਾ 'ਚ ਮੇਰੇ ਕੋਲ ਆ ਜਾਓ ਸਿੱਖਣ ਲਈ, ਮੈਂ ਚੜ੍ਹਦੀ ਕਲਾ 'ਚ ਆਊਂਗਾ ਸਿਖਾਲਣ ਲਈ, ਹੈ ਨਾ। ਤਾਂ ਤੁਸੀਂ ਪਾਸ ਹੋਵੋਗੇ, ਔਰ ਹੁੰਦੇ ਆ, ਬਹੁਤ ਹੁੰਦੇ ਆ। ਮੈਨੂੰ ਟਾਈਮ ਦੀ ਪਾਬੰਦੀ ਹੁਣ ਪਤਾ ਨਹੀਂ, ਮੇਰੇ ਕੋਲ ਗੁਰਦੁਆਰਾ ਸਾਹਿਬ ਤੋਂ ਇੱਕ ਪ੍ਰਚਾਰਕ ਸਿੰਘ ਆਇਆ ਸੀ, ਉਹ ਉਮਰ ਤਾਂ ਯੰਗ ਹੀ ਉਹਦੀ, ਉਹ ਥੋੜ੍ਹਾ ਜਿਹਾ ਢਹਿੰਦੀ ਕਲਾ ਸੀ, ਕਹਿੰਦਾ ਜੀ ਮੈਂ ਪਾਸ ਹੋ ਜਾਊਂ। ਮੈਂ ਕਿਹਾ ਤੂੰ ਕਲਾਸ ਦੇ ਵਿੱਚ ਨਾ ਚੜ੍ਹਦੀ ਕਲਾ 'ਚ ਆਈ, ਤੂੰ ਪ੍ਰਚਾਰਕ ਹੈ, ਪ੍ਰਚਾਰਕ ਤਾਂ ਪੜ੍ਹੇ ਲਿਖੇ ਬੰਦੇ ਹੁੰਦੇ ਆ। ਮਹਾਰਾਜ ਦਾ ਸੋਝੀ ਰੱਖਣੀ ਕਿ ਆਮ ਬੰਦੇ ਦੀ ਗੱਲ ਨਹੀਂ ਹੈਗੀ। ਸੱਚੇ ਪਾਤਸ਼ਾਹ ਦੀ ਤੁਸੀਂ ਕੀਰਤਨ ਕਰਨਾ, ਕਥਾ ਕਰਨੀ, ਇਹ ਕੋਈ ਆਮ ਬੰਦੇ ਦੀ ਗੱਲ ਨਹੀਂ। ਤੁਸੀਂ ਬਹੁਤ ਸਿਆਣੇ ਹੁੰਦੇ ਆ। ਮੈਂ ਕਿਹਾ ਤੁਸੀਂ ਚੜ੍ਹਦੀ ਕਲਾ ਜਾ ਕੇ ਬਹਿ ਜਾਓ ਤਾਂ ਮੈਂ ਚੜ੍ਹਦੀ ਕਲਾ 'ਚ ਪੜ੍ਹਾਊਂਗਾ, ਕੋਈ ਮੈਂ ਪੜ੍ਹਾਉਣਾ ਚਾਹੁੰਦਾ ਜੀ। ਬਿਲਕੁਲ ਠੀਕ ਆ। ਮੈਂ ਤੁਹਾਡੇ ਕੋਲ ਪੂਰਾ ਪੜ੍ਹਾਉਣਾ ਪੂਰਾ, ਮੈਂ ਤੁਹਾਡੇ ਕੋਲ ਫੀਸ ਲੈ ਕੇ ਨਾ ਥੈਂਕ ਯੂ ਨਹੀਂ ਕਰਦਾ। ਮੈਂ ਚਾਹੁੰਦਾ ਸੀ ਕਿਸੇ ਜ਼ਮਾਨੇ 'ਚ ਲੋਕ ਮੇਰੇ ਬਾਰੇ ਇਹ ਗੱਲ ਕਰਨ ਵੀ ਇਹਦੇ ਕੋਲ ਜਾਣੇ ਤੇ ਬੰਦਾ ਪੜ੍ਹਾਉਂਦਾ। ਔਰ ਮੈਂ ਮਾਣਨਾ ਕਹਿੰਦਾ ਆ ਵੀ BC ਤਾਂ ਯੂਕੋਨ ਦੇ ਚੀਫ ਫਾਇਰ ਆਰਮ ਆਫਿਸਰ ਨੇ ਕਿਸੇ ਨੂੰ ਇਹ ਕਿਹਾ ਸੀਗਾ ਵੀ ਜੇ ਤੂੰ ਗਨ ਦੇ ਬਾਰੇ ਟੈਕਨੀਕਲ ਲਾਅ ਪੁੱਛਣੇ ਤਾਂ ਰਾਜ ਰਾਏ ਕੋ ਜਾ। ਮੈਂ ਰੇਡੀਓ ਤੋਂ ਕਹਿ ਰਿਹਾ ਜੀ ਤੁਹਾਨੂੰ ਇਹੋ ਗੱਲ। ਸਵਾਦ ਦੀ ਗੱਲ ਆ, ਸਵਾਦ ਦੀ ਗੱਲ। ਥੈਂਕ ਯੂ। ਨੰਬਰ ਅਖੀਰ 'ਚ ਦਿੰਦੇ ਆ ਜੀ। ਸਰ ਜਸਵੀਰ ਸਿੰਘ ਜੀ, ਸਰਾਰ ਸਾਹਿਬ ਲਾਈਨ ਨੰਬਰ 4। ਧੰਨਵਾਦ ਔਰ ਬੜੀ ਮਿਹਰਬਾਨੀ ਸਰਦਾਰ, ਉਹਨਾਂ ਨੂੰ ਤੁਸੀਂ ਲੈ ਆਏ ਹੋ ਜੀ। ਮੇਰੇ ਦੋ ਕੁਐਸਚਨ ਨੇ। ਇੱਕ ਤਾਂ ਇਹ ਆ ਵੀ ਕੀ ਇਹਦੇ 'ਚ ਕੋਈ ਏਜ ਲਿਮਿਟ ਹੈਗੀ? ਦੂਸਰਾ ਵੀ ਕੋਈ ਬਾਹਰਲੇ ਸੂਬਿਆਂ ਤੋਂ ਆ ਕੇ ਤੁਹਾਤੋਂ ਜਿਹੜੀ ਹੈ ਐਜੂਕੇਸ਼ਨ ਹਾਸਲ ਕਰਕੇ ਤੇ ਟਾਰਗੇਟ ਸ਼ੂਟਿੰਗ 'ਚ ਪਾਸ ਹੋ ਸਕਦਾ? ਤੀਜਾ ਇਹ ਆ ਵੀ ਇਹਨੂੰ ਟਾਈਮ ਕਿੰਨਾ ਲੱਗਦਾ, ਮਿਨੀਮਮ ਜਾਂ ਮੈਕਸੀਮਮ? ਜੀ ਮਿਹਰਬਾਨੀ ਜੀ। ਕੈਨੇਡਾ ਦੇ ਵਿੱਚ ਇੱਕੋ ਹੀ ਤਰ੍ਹਾਂ ਦਾ ਲਾਇਸੈਂਸ ਹੈਗਾ ਕੈਨੇਡਾ 'ਚ। ਉਹ ਸਾਰੇ ਕੈਨੇਡਾ ਦੇ ਵਿੱਚ ਉਹੀ ਇੱਕੋ ਹੀ ਗਨ ਲਾਇਸੈਂਸ ਚੱਲਦਾ ਆਪਣੇ ਕੋਲ। ਇਹ ਜਿਹੜੇ ਗਨ ਲਾਇਸੈਂਸ ਪ੍ਰੋਵਿੰਸ਼ੀਅਲ ਨਹੀਂ। ਅੱਛਾ। ਸੋ ਕਿਸੇ ਵੀ ਪ੍ਰੋਵਿੰਸ ਤੋਂ ਆ ਕੇ ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਜਾ ਕੇ ਗਨ ਲਾਇਸੈਂਸ ਦੀ ਐਜੂਕੇਸ਼ਨ ਲੈ ਸਕਦੇ ਹੈਗੇ। ਠੀਕ। ਜਿਹੜਾ ਟਾਈਮ ਹੈਗਾ ਆ ਉਹ ਅੱਜ ਕੱਲ੍ਹ ਨੋਰਮਲੀ, ਅੱਗੇ ਤੋਂ ਤਾਂ 45 ਦਿਨ ਹੁੰਦਾ ਸੀਗਾ, ਇਹ ਹੁਣ ਥੋੜ੍ਹਾ ਜਿਹਾ ਕੁਛ ਕੋਵਿਡ ਦੇ ਕਰਕੇ ਹੋਇਆ, ਕੁਛ ਹੋਰ ਗੱਲਾਂ ਹੋਈਆਂ, ਕੁਛ ਲੋਕਾਂ ਨੇ ਹੈਂਡ ਗਨਸ ਖਰੀਦੀਆਂ ਬਹੁਤ ਜ਼ਿਆਦੀਆਂ। ਪ੍ਰੋਸੈਸਿੰਗ ਟਾਈਮ ਦੱਸ ਰਹੇ ਹੋ ਤੁਸੀਂ? ਹਾਂ, ਪ੍ਰੋਸੈਸਿੰਗ ਟਾਈਮ ਜਿਹੜਾ ਹੁਣ ਅੰਦਾਜ਼ਨ 3 ਕੁ ਮਹੀਨੇ ਲੱਗਦਾ। ਸੋ 3 ਮਹੀਨੇ ਦੇ ਵਿੱਚ ਤਕਰੀਬਨ ਤੁਹਾਨੂੰ ਗਨ ਲਾਇਸੈਂਸ ਮਿਲ ਜਾਂਦਾ। ਤੇ ਪੜ੍ਹਾਉਣ ਦਾ ਸਮਾਂ ਤੁਹਾਡਾ ਕੋਰਸ 2 ਦਿਨ ਦਾ ਹੁੰਦਾ ਜੀ। 2 ਦਿਨ ਦਾ ਜੀ। ਠੀਕ ਹੈ। ਰਾਜ ਲਾਈਨ ਨੰਬਰ 5। ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਵੀ ਇੰਟਰਸਟਿਡ ਹੈਗਾ ਲਾਇਸੈਂਸ ਲੈਣ ਦੇ ਵਿੱਚ, ਪਲੀਜ਼ ਆਪਣਾ ਨੰਬਰ ਦੇ ਕੇ ਜਾਇਓ। ਜੀ। ਐਂਡ ਦੂਸਰੀ ਗੱਲ, ਮੈਂ ਕੱਲ ਪਰਸੋਂ ਨਿਊਜ਼ ਵੀ ਪੜ੍ਹ ਰਿਹਾ ਸੀਗਾ, ਸ਼ਾਇਦ ਭਾਜੀ ਉਹਨਾਂ ਨੂੰ, ਰਾਜ ਭਾਜੀ ਉਹਨਾਂ ਨੂੰ ਪਤਾ ਹੋਵੇ ਇਹਦੇ ਬਾਰੇ, ਕਿ ਬ੍ਰਾਜ਼ੀਲ ਦੇ ਵਿੱਚ ਕਹਿੰਦੇ ਆ ਵੀ ਗਨ ਲਾਅ ਉਹਨਾਂ ਨੇ ਲੂਜ਼ ਕੀਤੇ ਆ ਪਿੱਛੇ ਜੇ। ਇਹ ਹੁਣ ਕਿੰਨੀ ਗੱਲ ਸੱਚੀ ਹੈ ਭਾਜੀ ਉਹਨਾਂ ਨੂੰ ਪਤਾ ਹੋਣਾ। ਤੇ ਉੱਥੇ ਕ੍ਰਾਈਮ ਵੈਂਟ ਡਾਊਨ 30%। ਜ਼ਿਆਦਾ ਲੋਕਾਂ ਤੋਂ ਹਥਿਆਰ ਲੈ ਲਏ ਉਹਦੇ ਬਾਅਦ ਦੇ ਤੇ ਉਹਨਾਂ ਇਨਸਟ੍ਰਕਸ਼ਨ ਘੱਟ ਕਰ ਦਿੱਤੀਆਂ। ਹਾਂ, ਇਸ ਤਰ੍ਹਾਂ ਕਹੋ। ਹਾਂਜੀ ਭਾਈ ਸਾਹਿਬ, ਮੈਂ ਇੱਕ ਤੁਹਾਨੂੰ ਦੱਸਦਾ ਹੈਗਾ, ਤੁਹਾਡੀ ਟੈਨਸ਼ਨ ਡਰਾ ਕਰਦਾ। ਇੱਕ ਇੰਟਰਨੈਟ ਜਾ ਕੇ ਪੜ੍ਹਿਓ, ਇੱਕ ਕਿਤਾਬ ਲਿਖੀ ਸੀ ਅਮਰੀਕਨ ਆਪਣੇ ਪ੍ਰੋਫੈਸਰ ਨੇ ਔਰ ਸਾਇੰਟਿਸਟ ਨੇ। ਉਹਦਾ ਨਾਮ ਬੰਦੇ ਦਾ ਹੈਗਾ ਜੌਨ ਲੌਟ, LOTT। ਉਹਦੇ ਉੱਤੇ ਨੇ ਸਾਬਤ ਕੀਤਾ ਆ ਅਮਰੀਕਾ ਦੇ ਵਿੱਚ, ਉਸ ਬੰਦੇ ਨੇ ਉਸ ਕਿਤਾਬ ਲਿਖਣ ਨੂੰ 18 ਸਾਲ ਲਾਏ। ਹਰ ਇੱਕ ਕਾਉਂਟੀ, ਹਰ ਇੱਕ ਜਗ੍ਹਾ, ਹਰ ਇੱਕ ਥਾਂ 'ਤੇ ਉਹ ਗਿਆ ਜਿੱਥੇ ਇੰਟਰਵਿਊ ਕੀਤੀਆਂ। ਉਹ ਗਨ ਦਾ ਨਾਂ ਹੈਗਾ ਮੋਰ ਗਨਸ ਲੈਸ ਕ੍ਰਾਈਮ। ਉਹਦੇ ਕੁਛ ਇੱਕ ਹਿੱਸੇ ਇੰਟਰਨੈਟ ਕਿਤਾਬ ਦਾ ਨਾਮ ਹਾਂ ਹੈਗੇ, ਉਹਨੂੰ ਪੜ੍ਹਿਓ। ਇਹ ਸਾਬਤ ਹੋਈ ਉਹ ਗੱਲ ਹੈਗੀ ਆ ਵੀ ਮੋਰ ਗਨਸ ਲੈਸ ਕ੍ਰਾਈਮ।
ਤਾਂ ਇਹਦੇ ਨਾਲ ਫਰਕ ਪੈਂਦਾ ਹੈਗਾ, ਪ੍ਰੋਵਾਈਡਡ ਉਹ ਪ੍ਰੋਪਰ ਟ੍ਰੇਨਿੰਗ ਦੇ ਕੇ ਲੋਕਾਂ ਦੇ ਮਨ ਦੇ ਵਿੱਚ ਬਿਠਾਇਆ ਜਾਵੇ ਵੀ ਇਹ ਕਿਸ ਕੰਮ ਲਈ ਚੀਜ਼ ਲਈਓ, ਜਿੱਦਾਂ ਕਿ ਕੈਨੇਡਾ 'ਚ ਹੈਗਾ। ਸੋ ਬ੍ਰਾਜ਼ੀਲ 'ਚ ਹੁਣ ਉਹ ਜ਼ਿਆਦਾ ਆਮ ਲੋਕਾਂ ਨੂੰ ਹਥਿਆਰ ਦੇ ਰਹੇ। ਆਮ ਲੋਕਾਂ ਨੂੰ ਹਥਿਆਰ ਦੇ ਰਹੇ ਹੈਗੇ ਆ, ਉਹਦੇ ਨਾਲੋਂ ਕ੍ਰਾਈਮ ਘਟ ਰਿਹਾ ਹੈਗਾ। ਬਹੁਤ ਕ੍ਰਾਈਮ ਆ ਜੀ ਉੱਥੇ। ਬਿਲ ਸੰਧੂ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਮੇਰੇ 2 ਸਵਾਲ ਹੈਗੇ ਤੇ ਜੀ। 1 ਕਮੈਂਟ ਹੈਗਾ। ਜੀ। ਪਹਿਲਾ ਸਵਾਲ ਤਾਂ ਇਹ ਹੈ ਜੀ ਵੀ ਜਿਹੜਾ ਤੁਸੀਂ ਕੋਰਸ ਕਰਾਉਂਦੇ ਆ ਇੱਥੇ ਲੋਕਲ ਤੁਹਾਡਾ ਜਿਹੜਾ ਸਕੂਲ ਆ ਉਹਦਾ ਨੰਬਰ ਜ਼ਰੂਰ ਦੱਸਿਓ ਜੀ। ਦੂਸਰਾ ਸਵਾਲ ਮੇਰਾ ਇੱਕੋ ਹੀ ਹੈ ਵੀ ਜਿੱਦਾਂ ਇਹ ਕਹਿੰਦੇ ਨਾ ਵੀ ਮੋਰ ਗਨਸ ਲੈਸ ਕ੍ਰਾਈਮ, ਜਾਪਾਨ ਨੇ ਇਹ ਵੀ ਪ੍ਰੂਵ ਕਰ ਦਿੱਤਾ ਵੀ ਨੋ ਗਨਸ ਨੋ ਕ੍ਰਾਈਮ। ਹਾਂਜੀ, ਸੋ ਮਤਲਬ ਇਹ ਹੈ ਮੇਰਾ ਕਹਿਣ ਤੋਂ ਵੀ ਜਾਂ ਤਾਂ ਗਨ ਹਰੇਕ ਨੂੰ ਮੈਂਡੇਟਰੀ ਬਣਾ ਦਿਓ ਵੀ ਜੇ ਇਸ ਦੇਸ਼ ਰਹਿਣਾ ਹਰੇਕ ਕੋਲ ਗਨ ਹੋਣੀ ਜ਼ਰੂਰੀ ਹੈ, ਜਾਂ ਫਿਰ ਬਿਲਕੁਲ ਜ਼ੀਰੋ ਕਰ ਦਿਓ। ਅਮਰੀਕਾ ਨੂੰ ਨਹੀਂ ਵੀ ਅੱਧੇ ਗਨ ਲਈ ਫਿਰਦੇ ਆ, ਅੱਧੇ ਮਰੀ ਜਾਂਦੇ ਆ। ਰਾਏ ਸਾਹਿਬ, ਇਹ ਜੀ ਤੁਹਾਡਾ ਜਿਹੜੀ ਗੱਲ ਹੈਗੀ ਉਹ ਸਹੀ ਹੈ। ਜਾਪਾਨ ਬਾਰੇ ਵੀ ਮੈਨੂੰ ਪਤਾ, ਕਿਉਂਕਿ ਥੋੜ੍ਹੇ ਕੋਸ਼ਿਸ਼ ਕਰੀ ਦੀ ਪੜ੍ਹੀਏ ਤਾਂ ਕਿ ਜਦੋਂ ਆਪ ਕਲਾਸ ਪੜ੍ਹਾਉਣੀ ਹੁੰਦੀ ਹੈ ਤਾਂ ਪਤਾ ਹੋਣਾ ਚਾਹੀਦਾ ਹੈਗਾ। ਇਹ ਘੁੰਮ ਘੁਮਾ ਕੇ ਗੱਲ ਇੱਕ ਥਾਂ 'ਤੇ ਪਹੁੰਚਦੀ ਹੈਗੀ ਲੋਕਾਂ ਦੀ ਸੋਚਣੀ ਦੇ ਉੱਤੇ। ਲੋਕਾਂ ਦੀ ਸੋਚਣੀ ਬਦਲਣੀ ਆ। ਜੇ ਕੋਈ ਸ਼ਰਾਬ ਪੀ ਕੇ ਕਾਰ ਚਲਾਉਂਦਾ ਆ, ਆਇਆ ਕਿ ਅਸੀਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦੇਣੀਆਂ, ਆਇਆ ਕਿ ਅਸੀਂ ਕਾਰ ਦੇ ਲਾਇਸੈਂਸ ਦੇਣੇ ਬੰਦ ਕਰ ਦੇਣੇ, ਜਾਂ ਉਹਨਾਂ ਲੋਕਾਂ ਨੂੰ ਐਜੂਕੇਟ ਇੰਨਾ ਕਰ ਦੇਣਾ ਹੈਗਾ ਵੀ ਜੇ ਤੁਸੀਂ ਇਹ ਚੀਜ਼ ਨੂੰ ਪੀਣਾ ਚਾਹੁੰਦੇ ਆ ਤਾਂ ਤੁਸੀਂ ਪੀ ਲਓ, ਪਰ ਤੁਸੀਂ ਕਾਰ ਨਹੀਂ ਚਲਾਉਣੀ ਨਹੀਂ। ਸੋ ਐਜੂਕੇਸ਼ਨ ਬੇਸ 'ਤੇ ਹੈਗਾ। ਜਾਪਾਨ ਦੇ ਵਿੱਚ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹੈਗਾ, ਪਰ ਉਹਨਾਂ ਲੋਕਾਂ ਦੀ ਸੋਚਣੀ ਦਾ ਵੀ ਬਹੁਤ ਜ਼ਿਆਦਾ ਫਰਕ ਹੈਗਾ, ਉਹਨਾਂ ਦੀ ਐਜੂਕੇਸ਼ਨ ਦਾ ਵੀ ਬਹੁਤ ਫਰਕ ਹੈਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹਦੀ ਇੱਕ ਵੱਖਰੀਆਂ ਕਿਤਾਬਾਂ ਲਿਖੀਆਂ, ਸੱਭਿਅਤਾ ਹੈ ਉਹਨਾਂ ਦੀ, ਸੱਭਿਅਤਾ ਇਹ। ਹਾਂ, ਵੱਖਰੀਆਂ ਕਿਤਾਬ। ਉਹ ਵੀ ਲੋਕ ਆਪਣੇ ਆਪ ਨੂੰ ਬੜੇ ਬਹਾਦਰ ਲੋਕ ਮੰਨਦੇ ਆ। ਹਾਂ, ਪਰ ਜਿਹੜੀ ਉਹਨਾਂ ਦੀ ਮਿਲਟਰੀ ਦੀ ਪ੍ਰੈਕਟਿਸ ਆ ਉਹ ਐਡੀ ਬਰੂਟਲ ਰਹੀ ਆ ਪਿਛਲੇ ਸਮਿਆਂ ਦੇ ਵਿੱਚ, ਉਹ ਆਪਾਂ ਵੇਖੀ ਆ। ਉਹਨਾਂ ਨੇ ਬਹੁਤ ਕੁਛ ਕੀਤਾ ਜੀ, ਗਲਤ ਕੰਮ ਬੜੇ ਕੀਤੇ ਉਹਨਾਂ ਨੇ। ਰਾਜ ਸੰਧੂ ਜੀ, ਲਾਈਨ ਨੰਬਰ 2। ਹੈਲੋ, ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਇਹ ਮੈਂ ਤਾਂ ਜੀ ਪਹਿਲੀ ਵਾਰੀ ਕਾਲ ਕੀਤੀ ਹੈ ਕਿਉਂਕਿ ਇਹ ਸਬਜੈਕਟ ਵੈਰੀ ਕਲੋਜ਼ ਟੂ ਮਾਈ ਹਾਰਟ। ਮੈਂ ਕਿਹਾ ਚਲੋ ਇਹਦੇ ਵਿੱਚ ਇਨਵੋਲਵ ਹੁੰਦੇ ਆ। ਧੰਨਵਾਦ, ਬਹੁਤ ਬਹੁਤ। ਇਹ ਹਾਂਜੀ, ਇਹ ਟਰੂਡੋ ਸਾਹਿਬ ਦੀ ਨਾ ਇੱਕ ਗੇਮ ਆ, ਡਿਸਟਰੈਕਸ਼ਨ ਗੇਮ। ਅੱਛਾ ਜੀ। ਕਿਉਂਕਿ ਟਰੂਡੋ ਸਾਹਿਬ ਫਸੇ ਹੋਆ ਹੁਣ ਬਹੁਤ ਇਨਕੁਆਇਰੀਆਂ ਦੇ ਵਿੱਚ। ਤੁਸੀਂ ਬਿਲਕੁਲ ਸਹੀ ਗੱਲ ਹੈ ਜੀ, ਮੈਂ ਇਹ ਗੱਲ ਕਹਿ ਚੁੱਕਾ। ਇਨਕੁਆਇਰੀਆਂ ਤੇ ਇਨਕੁਆਇਰੀਆਂ ਪੈ ਰਹੀਆਂ ਆ। ਉਹਨਾਂ ਕੋਲ ਡਾਕੂਮੈਂਟ ਨਹੀਂ ਹੈਗੇ। ਜੇ ਉਹ ਡਾਕੂਮੈਂਟ ਦੇ ਰਹੇ ਤਾਂ ਉਹ ਬਲੈਕ ਆਊਟ ਕਰਕੇ ਦੇ ਰਹੇ ਆ। ਉਹਨਾਂ ਕੋਲ ਕਿਸੇ ਪਾਸੇ ਨਿਕਲਣ ਨੂੰ ਰਾਹ ਨਹੀਂ, ਤੇ ਉਹਨਾਂ ਨੇ ਦੇਖਿਆ ਕਿ ਆਹ ਗਨ ਕੰਟਰੋਲ ਦਾ ਮੁੱਦਾ ਸੁੱਟ ਦਿਓ, ਲੋਕੀ ਡਿਸਟਰੈਕਟ ਹੋ ਜਾਣਗੇ। ਈਵਨ ਜਿਹੜੇ ਕੰਜ਼ਰਵੇਟਿਵ ਲੀਡਰ ਆ ਉਹ ਵੀ ਮੇਰੇ ਪਿੱਛੋਂ ਹਟ ਕੇ ਉਸ ਮੁੱਦੇ ਤੇ ਲੱਗ ਜਾਣਗੇ। ਨੰਬਰ 2 ਤੇ ਇਹ ਜਿਹੜਾ ਹੁਣ ਨਵਾਂ ਸਟੈਟ ਆਇਆ, ਜਿਹੜੇ ਨਵੇਂ ਹੁਣ ਇਹਨਾਂ ਨੇ ਐਡ ਕੀਤੇ ਫਾਇਰ ਆਰਮ, ਉਹਦੇ ਵਿੱਚ ਉਹ ਕਹਿੰਦੇ ਵੀ ਜੇ ਅਪਰੋਕਸੀਮੇਟਲੀ ਕਾਸਟ ਜਿਹੜੀ ਆ ਉਹ 10 ਬਿਲੀਅਨ ਤੱਕ ਹੋ ਸਕਦੀ ਆ। ਓ ਮਾਈ ਗੁੱਡਨੈਸ। ਤੇ 119 ਪੋਰਟ ਲੱਗਦੇ ਆ ਕੈਨੇਡਾ ਨੂੰ ਜੀ। ਕਹਿੰਦੇ $10 ਮਿਲੀਅਨ ਦਾ ਆਉਂਦਾ ਸਕੈਨਰ, US ਡਾਲਰ ਦਾ। 10 ਸਕੈਨਰ ਈਚ ਪੋਰਟ ਦੇ ਲੱਗ ਸਕਦੇ, ਜਿਹਦੇ ਵਿੱਚੋਂ ਹਰ ਕੰਟੇਨਰ ਸਕੈਨ ਹੋ ਕੇ ਨਿਕਲ ਸਕਦਾ। ਉਹਦੇ ਨਾਲ ਕੱਲੀਆਂ ਗਨ ਨਹੀਂ, ਡਰੱਗਸ ਵੀ ਕੰਟਰੋਲ ਹੋ ਸਕਦੀਆਂ ਆ। 10 ਸਕੈਨਰ ਈਚ ਪੋਰਟ ਵਾਸਤੇ ਜਿੰਨੇ ਪੈਸੇ ਟਰੂਡੋ ਸਾਹਿਬ ਸੁੱਟ ਰਹੇ ਆ, ਮਿਸਮੈਨੇਜਮੈਂਟ ਕਰ ਰਹੇ ਆ ਇਸ ਕੰਟਰੀ ਦੇ ਟੈਕਸ ਪੇਅਰ ਮਨੀ ਦੇ ਨਾਲ। ਤੁਸੀਂ ਸੋਚ ਕੇ ਦੇਖੋ, 10 ਸਕੈਨਰ ਲੱਗ ਸਕਦੇ। ਇੱਕ ਇਹਨਾਂ ਦੀ ਆਪਣੀ ਸਟੱਡੀ ਕਹਿ ਰਹੀ ਆ, ਜੇ 100 ਕੰਟੇਨਰ ਆਉਂਦਾ ਕੈਨੇਡਾ ਦੇ ਵਿੱਚ ਜੀ, 1% ਕੰਟੇਨਰ ਸਕੈਨ ਹੁੰਦਾ ਹੈ ਜੀ। ਬਿਲਕੁਲ 1% ਹੁੰਦਾ ਜੀ। ਜੀ, 99 ਕੰਟੇਨਰ ਜਿਹੜੇ ਤੁਹਾਡੀਆਂ ਪੋਰਟਾਂ ਤੋਂ ਉਦਾਂ ਹੀ ਨਿਕਲ ਜਾਂਦੇ, ਜਿਹਦੇ ਵਿੱਚ ਦੀ ਟੰਨਾਂ ਦੇ ਟਨ ਡਰੱਗ ਤੇ ਟੰਨਾਂ ਦੇ ਟਨ ਇਲੀਗਲ ਵੈਪਨ ਆਉਂਦੇ ਆ। ਬ੍ਰੈਂਡਾ ਲੌਕੀ ਸਾਹਿਬ ਦੀ ਕਨਵਰਸੇਸ਼ਨ ਮੈਂ ਅਰਲੀਅਰ ਮਾਰਨਿੰਗ ਅਚਾਨਕ ਮੈਂ ਸੁਣਦਾ ਸੀ ਉਹ ਵੀਡੀਓ ਦੁਬਾਰਾ। ਉਹ ਆਪਣੇ ਆਫਸਰਸ ਨੂੰ ਕਿੱਦਾਂ ਕਹਿ ਰਹੇ ਆ ਕਿ ਮੈਂ ਕਿੰਨੀ ਸ਼ਰਮਿੰਦੀ ਹੋਈ, ਮੈਂ ਕਿੰਨੀ ਡਿਸਪੁਆਇੰਟ ਹੋਈ। ਮੈਂ ਤੁਹਾਨੂੰ ਇੱਕ ਲਾਈਨ ਐਡ ਕਰਨ ਵਾਸਤੇ ਕਿਹਾ ਸੀ, ਤੁਸੀਂ ਕੀਤੀ ਨਹੀਂ। ਜਦ ਕਿ RCMP ਦਾ ਇਹ ਕਾਨੂੰਨ ਆ ਜੀ, ਤੇ ਉਹ ਵੈਪਨ ਦੀ ਇਨਫੋਰਮੇਸ਼ਨ ਉਹਨਾਂ ਚਿਰ ਰਿਲੀਜ਼ ਨਹੀਂ ਕਰਦੇ ਜਿੰਨਾ ਚਿਰ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ। ਔਰ ਉਹ ਕਨਵਰਸੇਸ਼ਨ ਦੇ ਵਿੱਚ ਕਹਿ ਰਹੇ ਆ ਕਿ ਆਪਣੇ ਕਾਨੂੰਨ ਲਿਆਉਣਾ ਆ ਗਵਰਨਮੈਂਟ ਨੇ। ਸੌਰੀ, ਪਹਿਲੀ ਵਾਰੀ ਕੀਤਾ। ਕੋਈ ਨਾ, ਨੋ ਪ੍ਰੋਬਲਮ, ਕੰਟੀਨਿਊ। ਉਹ ਕਹਿੰਦੇ ਕਾਨੂੰਨ ਲਿਆਉਣਾ ਆ ਤੇ ਸਾਨੂੰ ਵੈਪਨ ਦੀ ਇਨਫੋਰਮੇਸ਼ਨ ਰਿਲੀਜ਼ ਕਰਨੀ ਪੈਣੀ ਆ ਸਾਡੇ
ਪੀਐਮਓ ਆਫਿਸ ਤੇ ਸਾਡੇ ਜਿਹੜੇ ਆਪਣੇ ਦੂਜੇ ਮਿਨਿਸਟਰ ਸਾਹਿਬ ਆ ਉਹਨਾਂ ਦੇ ਆਫਿਸ ਚੋਂ ਸਾਨੂੰ ਆਦੇਸ਼ ਆਏ ਆ, ਹਦਾਇਤਾਂ ਆਈਆਂ ਕਿ ਇਹ ਇਨਫੋਰਮੇਸ਼ਨ ਹੈਵ ਟੂ ਰਿਲੀਜ਼ ਕਰੋ ਜੀ। ਆਪਣੇ ਮੀਡੀਆ ਨੂੰ, ਤਾਂ ਕਿ ਅਸੀਂ ਇਹ ਜੋ ਗੰਦ ਘੋਲ ਰਹੇ ਘੋਲ ਸਕੀਏ। ਤੇ ਇਹ ਦੂਸਰੇ ਨੰਬਰ ਤੇ ਜਿਹੜੇ ਪ੍ਰਾਪਰਟੀ ਰਾਈਟ ਆ, ਜਦੋਂ ਤੁਸੀਂ ਕਿਸੇ ਚੀਜ਼ ਬੰਦੇ ਨੂੰ ਅਲਾਉ ਕਰ ਦਿੱਤਾ, ਠੀਕ ਹੈ, ਕਹਿੰਦੇ ਇਹ ਪ੍ਰਿਵਿਲੇਜ ਆ, ਜਦੋਂ ਤੁਸੀਂ ਕਿਸੇ ਨੂੰ ਪ੍ਰਿਵਿਲੇਜ ਦੇ ਦਿੱਤੀ, ਅਗਲੇ ਨੇ ਪੈਸੇ ਖਰਚ ਲਏ, ਉਹਦੀ ਪ੍ਰਾਪਰਟੀ ਬਣ ਗਈ ਨਾ ਜੀ। ਫਿਰ ਤੁਸੀਂ ਉਹ ਕਿੱਦਾਂ ਲੈ ਸਕਦੇ ਜਦ ਤੁਸੀਂ ਉਹ ਦਿੱਤੀ ਨੇ ਬੰਦੇ ਨੂੰ, ਬਾਏ ਬੈਕ ਕਿੱਦਾਂ ਕਰ ਸਕਦੇ ਹੋ? ਚੀਜ਼ ਹੀ ਨਹੀਂ ਤੁਹਾਡੀ ਹੈਗੀ। ਠੀਕ ਹੈ ਜੀ, ਤੁਹਾਡੀ ਇਨਫੋਰਮੇਸ਼ਨ ਬੜੀ ਥੈਂਕ ਯੂ ਸੋਹਣੀ ਹੈ ਸੰਧੂ ਭਾਈ ਸਾਹਿਬ, ਸਾਹਿਬ। ਥੈਂਕ ਯੂ। ਹਾਂਜੀ, ਬਹੁਤ ਸੋਹਣੀ ਇਨਫੋਰਮੇਸ਼ਨ, 4 ਮਿੰਟ ਨੇ ਇਹਨੂੰ ਸਮ ਅਪ ਕਰਿਓ। ਬੜੀ ਸੋਹਣੀ ਇਨਫੋਰਮੇਸ਼ਨ ਹੈ ਦਿੱਤੀ। ਬਸ ਐਗਜ਼ੈਕਟਲੀ ਜੋ ਭਾਈ ਸਾਹਿਬ ਤੁਸੀਂ ਕਿਹਾ ਨਾ, ਇਹੋ ਹੀ ਮੈਂ ਕਹਿ ਰਿਹਾ। ਇਨਫੋਰਮੇਸ਼ਨ ਦੇਣ ਦੀ ਲੋੜ ਆ, ਇਨਫੋਰਮੇਸ਼ਨ ਲੈਣ ਦੀ ਲੋੜ ਆ, ਸਹੀ ਕੰਮ ਕਰਨ ਦੀ ਲੋੜ ਆ, ਵੋਟਾਂ ਦੀ ਨਹੀਂ ਇਕੱਲਿਆਂ ਦੀ ਲੋੜ ਹੈ ਨਾ। ਹੁਣ ਬਿਲਕੁਲ ਹੀ ਇਹੋ ਗੱਲ ਦੀ ਹੱਡੀ ਬਣਿਆ ਹੈ ਲਿਬਰਲ ਦੇ ਲਈ। ਹੁਣ ਇਹਨਾਂ ਤੋਂ ਪਿੱਛਾ ਨਹੀਂ ਛਡਾ ਹੋਣਾ ਆ ਇਸ ਕੰਮ ਦੇ ਕੋਲੋਂ, ਕਿ ਇਹਨਾਂ ਨੇ ਬਹੁਤ ਗਾਂਹ ਲੈ ਗਏ ਆ। ਟਵਾਣਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਜੀ ਸਤਿ ਸ਼੍ਰੀ ਅਕਾਲ ਰਾਏ ਸਤਿ ਸ਼੍ਰੀ ਅਕਾਲ ਜੀ। ਮੈਨੂੰ ਵੀ ਇੱਕ ਵਾਰੀ ਓਪਰਚੁਨਿਟੀ ਮਿਲੀ ਹੈ ਰਾਏ ਸਾਹਿਬ ਦੀ ਕਲਾਸ 'ਚ ਬੈਠਣ ਦੀ। ਓਕੇ, ਥੈਂਕ ਯੂ। ਪਰ ਉਹ ਮੇਰੇ ਤੋਂ ਫਿਨਿਸ਼ ਨਹੀਂ ਹੋਈ, ਮੈਂ ਫੇਰ ਦੁਬਾਰੇ ਫੇਰ ਆ ਜਾਓ। ਹਾਂਜੀ ਹਾਂਜੀ, ਥੈਂਕ ਯੂ ਸਰ। ਮੈਂ ਤਾਂ ਤੁਹਾਨੂੰ ਪਤਾ ਹੀ ਆ ਵੀ ਮੈਂ ਤਾਂ ਮੇਰਾ ਪਰਸਨਲ ਵਿਊ ਆ, ਸੌਰੀ, ਕਦੇ ਵੀ ਰਿਸਟ੍ਰਿਕਸ਼ਨਸ ਲਾ ਕੇ ਤੁਸੀਂ ਕ੍ਰਾਈਮ ਜਾਂ ਏਦਾਂ ਕੰਟਰੋਲ ਨਹੀਂ ਕਰ ਸਕਦੇ। ਠੀਕ ਹੈ ਜੀ। ਅੱਡੋ ਹੁਣ ਸਵੀਡਨ ਹੋਇਆ, ਹੋਰ ਹੋਇਆ, ਉੱਥੇ ਸਾਰਾ ਕੁਛ ਡੀਕ੍ਰਿਮੀਨਲਾਈਜ਼ਡ ਆ, ਡਰੱਗਸ ਵੀ, ਸਭ ਕੁਛ। ਉੱਥੇ ਵੀ ਪੋਜ਼ੀਟਿਵ ਇੰਪੈਕਟ ਉਹਦਾ ਹੋ ਰਿਹਾ। ਲੋਕਾਂ ਦੀ ਮੈਂਟਲ ਹੈਲਥ ਤੇ ਧਿਆਨ ਦਿੱਤਾ ਜਾਵੇ, ਹੈ ਨਾ ਜੀ। ਕਾਮਨ ਸੈਂਸ ਮਿਸਿੰਗ ਆ ਜਿਹੜੀ ਬੜੇ ਡੈਵਸਟੇਟਰ। ਦੱਸੋ, ਜਿੱਦਾਂ ਰਾਏ ਸਾਹਿਬ ਕਹਿ ਰਹੇ ਆ ਵੀ ਜਿਹਦੀ ਪੂਰੀ ਥਾਰੋ ਚੈੱਕਅਪ ਹੁੰਦੀ ਆ, ਜਿਹੜਾ ਪਹਿਲਾਂ ਤਾਂ ਆਇਆ ਵੀ ਜਿਹੜਾ ਗਨ ਲਊਗਾ ਉਹ ਬੜਾ ਵਧੀਆ ਫੈਮਿਲੀ ਤੇ ਹੋਊ, ਵੈਲ ਸੈਟਲਡ ਹੋਊਗਾ, ਸਾਈਨ ਹੋਣਾ ਜੀ, ਘਰ ਵਾਲੀ ਤੇ ਘਰ ਵਾਲੇ ਦੇ ਸਾਈਨ ਹੋਣੇ ਨੇ ਨਾਲ। ਐਗਜ਼ੈਕਟਲੀ, ਹਾਂਜੀ। ਤੇ ਜੇ ਕੋਈ ਬੰਦਾ ਇੰਜੋਏ ਕਰਨਾ ਮੰਗਦਾ, ਹੰਟਿੰਗ ਬਹੁਤ ਵਧੀਆ ਸਪੋਰਟ ਆ। ਮੈਂ ਰਾਏ ਸਾਹਿਬ ਨੂੰ ਵੀ ਕਿਹਾ ਵੀ ਤੁਹਾਡੇ ਬਾਰੇ ਪੜ੍ਹਿਆ, ਤੁਹਾਡੇ ਨਾਲ ਜਾਣਾ ਮੈਂ, ਪਰ ਕਾਮਨ ਸੈਂਸ ਮਿਸਿੰਗ ਆ ਕਿਤੇ ਸਰ। ਥੈਂਕ ਯੂ ਟਵਾਣਾ ਸਾਹਿਬ। 2 ਮਿੰਟ ਨੇ ਭਾਈ ਸਾਹਿਬ, ਅਖੀਰ ਦੇ ਵਿੱਚ ਆਪਣਾ ਨੰਬਰ ਤੇ ਸਮ ਅਪ ਕਰਿਓ ਜੀ। ਮੇਰਾ ਜੀ, ਮੈਨੂੰ ਅਸਲ ਦੇ ਵਿੱਚ ਅੱਜ ਦੀ ਇੰਟਰਵਿਊ ਬੜੀ ਪਸੰਦ ਆਈ ਆ, ਕਿਉਂਕਿ ਜਿਹੜੇ ਸਰੋਤੇ ਆ ਨਾ, ਇਹ ਪਹਿਲੀਆਂ ਇੰਟਰਵਿਊਜ਼ ਦੇ ਨਾਲੋਂ ਬਹੁਤ ਜ਼ਿਆਦਾ ਮੈਨੂੰ ਇਹਨਾਂ ਦੇ ਕੋਲੋਂ ਐਜੂਕੇਸ਼ਨ ਜਿਹੜੀ ਆ ਨਾ, ਅਪਗ੍ਰੇਡਡ ਬਹੁਤ ਉਹ ਮਿਲੀ ਹੈਗੀ ਆ। ਦੇਖਣ ਨੂੰ, ਸੁਣਨੇ ਨੂੰ, ਜੇ ਚ ਮਨ ਪ੍ਰਸੰਨ ਹੋਇਆ। ਅਸੀਂ ਹੂੜ ਮੱਤ ਦੇ ਕਿਸੇ, ਮੈਂ ਬਿਲਕੁਲ ਹੂੜ ਮੱਤ ਦੇ ਹੱਕ 'ਚ ਨਹੀਂ ਗੱਲ ਲੈਣੀ ਹੈ ਤੇ ਲੈਣੀ ਨਹੀਂ ਲੈਣੀ, ਨਹੀਂ, ਕਿਉਂ ਲੈਣੀ ਆ, ਕਿੱਦਾਂ ਲੈਣੀ ਹੈਗੀ ਆ। ਤਾਂ ਬਹੁਤ ਸੋਹਣੀ ਆਡੀਅੰਸ ਦੇ ਬੜਾ ਆਨੰਦ ਆਇਆ ਇਸ ਦੀ ਇੰਟਰਵਿਊ ਦੇ ਉੱਤੇ। ਮੇਰਾ ਫੋਨ ਨੰਬਰ ਹੈਗਾ ਜੀ 6047164455। ਅਸੀਂ ਕੋਈ ਵੀ ਗੱਲ ਕਰਨੀ ਹੈ ਜੀ, ਅਸੀਂ ਇਸ ਦੇਸ਼ ਦੇ ਵਸਿੰਦੇ, ਦੇਸ਼ ਨੂੰ ਪਸੰਦ ਕਰਦੇ ਹਾਂ, ਲੋਕਾਂ ਨੂੰ ਪਸੰਦ ਕਰਦੇ ਹਾਂ, ਸੇਫਟੀ ਦੇ ਪੱਖ 'ਚ ਰਹਿਣਾ ਹੈਗਾ ਆ, ਅਸੀਂ ਕਾਨੂੰਨ ਦੇ ਪੱਖ 'ਚ ਰਹਿਣਾ ਹੈਗਾ। ਜਿਹੜੀ ਹੂੜ ਮੱਤ ਹੈਗੀ, ਜਿਹੜੀ ਅਸੀਂ ਕਹਿ ਰਹੇ ਹਾਂ ਟੂਡੂ ਸਾਹਿਬ ਕਰ ਰਹੇ ਆ, ਇਹ ਤੁਸੀਂ ਨਾ ਕਰੋ। ਇਹਦੇ ਨਾਲ ਨੁਕਸਾਨ ਹੁੰਦਾ, ਫਾਇਦਾ ਨਹੀਂ ਹੁੰਦਾ। 604 716 44 55 ਰਾਜਵੰਤ ਸਿੰਘ ਰਾਜ ਰਾਏ ਕਰਕੇ ਆਪਾਂ ਸਾਰੇ ਜਾਣਦੇ ਹਾਂ। 6047164455। ਮਾਨ ਨੇ ਸਾਡੀ ਕਮਿਊਨਿਟੀ ਦਾ 40 ਵਰ੍ਹਿਆਂ ਤੋਂ ਵੱਧ ਹੰਟਿੰਗ ਹੋ ਗਈ। ਜਦ ਜਿੱਥੇ ਕਿਤੇ ਇਹਨਾਂ ਦਾ ਟ੍ਰਿਪ ਹੁੰਦਾ, ਜਿੱਥੇ ਇਹਨਾਂ ਦਾ ਤੰਬੂ ਲਾਏ ਹੁੰਦੇ ਨੇ, ਰੁਕੇ ਹੁੰਦੇ ਨੇ, ਉੱਥੇ ਜੇ ਅਫੀਸਰ ਆ ਜਾਣ, ਚੈੱਕ ਕਰਨ, ਕੰਜ਼ਰਵੇਸ਼ਨ ਅਫੀਸਰ ਆ ਜਾਣ, ਦੇਖ ਕੇ ਰਾਏ ਉਹਨਾਂ ਨੂੰ, ਉਹ ਕਹਿੰਦੇ ਨੇ ਵੀ ਇੱਥੇ ਸਾਰਾ ਕੁਛ ਠੀਕ ਹੈ। ਇਹ ਮਾਣ ਹੈ। ਦਸਤਾਰਾਂ ਸਜਾਈਆਂ ਹੁੰਦੀਆਂ ਨੇ, ਨਾਲ 8-10 ਬੰਦੇ ਜਾਂਦੇ ਨੇ। ਉਹਨਾਂ ਨੂੰ ਜਿਹੜਾ ਉਹਨਾਂ ਦਾ ਸਮਾਂ ਹੈ, ਉਹ ਕਿੰਨੇ ਤੋਂ ਕਿੰਨੇ ਤੱਕ ਸੌਂ ਸਕਦੇ ਨੇ, ਕਿੰਨੇ ਤੋਂ ਕਿੰਨੇ ਤੱਕ ਉੱਠ ਸਕਦੇ ਨੇ, ਕੀ ਖਾ ਸਕਦੇ ਨੇ, ਕੀ ਪਹਿਨ ਸਕਦੇ ਨੇ, ਕਿਸ ਤਰ੍ਹਾਂ ਕੰਮ ਕਰਨਾ, ਡਿਸਪਲਿਨ ਕੀ ਹੈ। ਕਿਉਂਕਿ ਗਨ ਓਨ ਕਰਨੀ ਇੱਕ ਬਹੁਤ ਵੱਡਾ ਡਿਸਪਲਿਨ ਹੈ, ਇੱਕ ਘਰ ਦਾ ਸ਼ਿੰਗਾਰ ਹੈ। ਹਰ ਇੱਕ ਦੀ ਬਾਕੀ ਆਪਣੀ ਮਰਜ਼ੀ ਹੈ, ਮਿਲਦੀ ਤੁਹਾਨੂੰ ਟਾਰਗੇਟ ਸ਼ੂਟਿੰਗ ਤੇ ਹੰਟਿੰਗ ਲਈ ਹੋਈ ਹੈ, ਪਰ ਗਨ ਤੁਹਾਡੀ ਗਨ ਹੈ। ਸੋ ਪਰ ਅਮਰੀਕਾ ਵਾਂਗੂ ਇੱਥੇ ਬਿੱਲ ਆਫ ਰਾਈਟਸ ਦੇ ਥੱਲੇ ਨਹੀਂ ਹੋ ਸਕਦਾ ਵੀ ਕੰਸਟੀਟਿਊਸ਼ਨ 'ਤੇ ਸਾਈਨ ਕਰਨ ਤੋਂ ਪਹਿਲਾਂ ਲਾਅ ਮੇਕਰ ਕਹਿਣ ਵੀ ਪਹਿਲਾਂ ਇਹ 'ਤੇ ਅਮੈਂਡਮੈਂਟਸ ਪਾ। ਮੇਰੇ ਧਰਮ ਦੀ ਪ੍ਰੈਕਟਿਸ, ਮੇਰੇ ਹਥਿਆਰਾਂ ਦੀ, ਮੇਰੀ ਪ੍ਰਾਈਵੇਸੀ ਦੀ, ਫਰੀਡਮ ਆਫ ਸਪੀਚ, ਐਕਸਪ੍ਰੈਸ਼ਨ ਤੇ ਫਰੀਡਮ ਆਫ ਪ੍ਰੈਸ, ਸੈਕੰਡ ਅਮੈਂਡਮੈਂਟ ਦੇ ਵਿੱਚ ਵੀ ਉਹਨਾਂ ਨੇ ਹਥਿਆਰ ਪਾਏ, ਤਾਂ ਉਹ ਫਿਰ ਆਪਣੇ ਆਪ ਨੂੰ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਹਿੰਦੇ। ਰਾਏ ਸਾਹਿਬ, ਧੰਨਵਾਦ ਬਹੁਤ ਬਹੁਤ। ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।